ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਜੋ ਇਲਾਹੀ ਫਰਮਾਨ ਬਖਸ਼ਿਸ਼ ਕੀਤਾ ਹੈ, ਜੋ ਆਪ ਜੀ ਨੇ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਨ ਕੀਤਾ ਹੈ, ਸ਼ਹੀਦਾਂ ਦੇ ਸਰਤਾਜ, ਮਾਨਵਤਾ ਦੇ ਰਹਿਬਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 747 48 ਉੱਤੇ ਸੂਹੀ ਰਾਗ ਦੇ ਵਿੱਚ ਦਰਜ ਹੈ। ਜਿਵੇਂ ਕਿ ਸ਼ਬਦ ਦਾ ਜਿਹੜਾ ਸੈਂਟਰਲ ਆਈਡੀਆ ਹੈ, ਸ਼ਬਦ ਦਾ ਕੇਂਦਰੀ ਭਾਵ ਉਹ ਰਹਾਉ ਦੀਆਂ ਤੁਕਾਂ ਦੇ ਵਿੱਚ ਹੁੰਦਾ ਹੈ, ਤੇ ਹਜ਼ੂਰ ਨੇ ਅੱਜ ਦੇ ਸ਼ਬਦ ਦੇ ਅੰਦਰ ਸਾਰੀ ਕਾਂਗਰੀਗੇਸ਼ਨ ਨੂੰ, ਸੰਗਤ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਸ਼ਬਦ ਕਹੇ ਨੇ ਕਿ ਸੰਤੋਹ ਸਾਗਰ ਪਾਰ ਉਤਰੀਐ। ਹੇ ਸਤ ਸੰਗੀ ਜਨੋ, ਸਾਰਿਆਂ ਦੇ ਲਈ ਸੰਤੋ ਸ਼ਬਦ ਗੁਰੂ ਸਾਹਿਬ ਜੀ ਨੇ ਵਰਤਿਆ ਹੈ, ਜਿਹਦਾ ਮਤਲਬ ਹੈ ਅਸਲ ਦੇ ਵਿੱਚ ਜਿਵੇਂ ਇੱਕ ਸਟੂਡੈਂਟ ਭਾਵੇਂ ਪਹਿਲੀ ਕਲਾਸ ਦੇ ਵਿੱਚ ਗ੍ਰੇਡ ਦੇ ਵਿੱਚ ਪੜ੍ਹਦਾ ਹੋਵੇ, ਭਾਵੇਂ PhD ਹੋਵੇ, ਅੱਜ ਤਾਂ ਕਿਉਂਕਿ ਗਿਆਨ ਦਾ ਕੋਈ ਅੰਤ ਨਹੀਂ, PhD ਤੋਂ ਬਾਅਦ ਵੀ ਕਈ ਸਾਲ ਇੱਕ ਗਿਆਨ ਦੇ ਖੇਤਰ ਦੇ ਵਿੱਚ ਸਟੱਡੀ ਕਰਨ ਤੋਂ ਬਾਅਦ ਵੀ ਸਿਆਣੇ ਲੋਕ, ਪ੍ਰੋਫੈਸਰ, ਐਕਸਪਰਟਸ ਵੀ ਆਪਣੇ ਆਪ ਨੂੰ ਉਸ ਵਿਸ਼ੇ ਦਾ ਇੱਕ ਸਟੂਡੈਂਟ ਮੰਨਦੇ ਨੇ। ਤੇ ਗੁਰੂ ਸਾਹਿਬ ਜੀ ਨੇ ਵੀ ਸਾਨੂੰ ਸਿੱਖ ਬਣਾਇਆ, ਜਿਹਦਾ ਮਤਲਬ ਹੈ ਸਾਰੀ ਜ਼ਿੰਦਗੀ ਅਸੀਂ ਰੋਜ਼ ਕੁਝ ਨਾ ਕੁਝ ਸਿੱਖਣ ਦਾ ਗੁਰੂ ਸਾਹਿਬ ਜੀ ਕੋਲ ਆ ਕੇ ਯਤਨ ਕਰਨਾ ਹੈ। ਤੇ ਅੱਜ ਦੇ ਸ਼ਬਦ ਦੇ ਅੰਦਰ ਇਸ ਲਈ ਜਿਹੜਾ ਸੰਤੋ ਲਫ਼ਜ਼ ਹੈ ਨਾ, ਇਹ ਧਰਮ ਦੇ ਰਾਹ ਤੇ ਤੁਰੇ ਹੋਏ ਪਰਸਨ ਦੇ ਲਈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਧਰਮ ਦੀਆਂ ਪੌੜੀਆਂ ਉਹਨੇ ਚੜ੍ਹਨੀਆਂ ਹੁੰਦੀਆਂ। ਪੌੜੀ ਦੇ ਵਿੱਚ ਜਿਹੜਾ ਕਦਮ, ਜਿਵੇਂ ਆਪਾਂ ਜ਼ਮੀਨ ਤੇ ਤੁਰਨੇ ਆ, ਸੇਮ ਉਸੇ ਲੈਵਲ ਤੇ ਰੱਖਿਆ ਜਾਂਦਾ ਹੈ, ਪਰ ਪੌੜੀ ਦੇ ਵਿੱਚ ਅਗਲਾ ਕਦਮ ਉਸ ਤੋਂ ਕੁਝ ਉੱਚਾ ਹੁੰਦਾ ਹੈ, ਉਸ ਤੋਂ ਅਗਲਾ ਕਦਮ ਹੋਰ ਉੱਚਾ ਹੋਵੇਗਾ। ਸੇਮ ਰੋਜ਼ ਆਪਣੇ ਜੀਵਨ ਦੇ ਵਿੱਚ ਬਦਲਣ ਦਾ ਯਤਨ ਕਰਨਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸੰਤੋ ਸਾਗਰ ਪਾਰ ਉਤਰੀਐ। ਸਾਗਰ ਦਾ ਮਤਲਬ ਅੱਖਰੀ ਅਰਥ ਹੈ ਸਮੁੰਦਰ। ਇੱਥੇ ਗੁਰੂ ਸਾਹਿਬ ਜੀ ਨੇ ਮੈਟਾਫੋਰਿਕ ਲੈਂਗੁਏਜ ਵਰਤੀ ਹੈ। ਇਹਦਾ ਮਤਲਬ ਦੁਨਿਆਵੀ ਸਮੁੰਦਰ ਨਹੀਂ ਹੈ, ਕਿਉਂਕਿ ਅੱਜ ਤੱਕ ਫਿਜ਼ੀਕਲੀ ਕਿਸੇ ਵੀ ਬੰਦੇ ਨੇ ਆਪਣੇ ਯਤਨਾਂ ਦੇ ਨਾਲ ਬਿਨਾਂ ਕਿਸੇ ਸ਼ਿਪ ਤੋਂ, ਜਹਾਜ਼ ਤੋਂ ਸਮੁੰਦਰ ਪਾਰ ਨਹੀਂ ਕੀਤਾ ਹੋਣਾ। ਪਰ ਇਹ ਜਿਹੜੇ ਸਾਗਰ ਦੀ ਗੱਲ ਚੱਲ ਰਹੀ ਹੈ, ਬੰਦੇ ਦੇ ਅੰਦਰ ਹੀ ਸਾਗਰ ਹੈ। ਪਹਿਲਾ ਸਭ ਤੋਂ ਜਿਹੜਾ ਹੈ ਅਗਿਆਨਤਾ ਦਾ ਸਾਗਰ। ਇੱਕ ਤਾਂ ਮਟੀਰੀਅਲ ਵਰਲਡ ਹੈ, ਦੂਸਰਾ ਬੰਦਾ ਆਪਣੀ ਇਮੈਜਨਰੀ ਵਰਲਡ ਦੇ ਵਿੱਚ ਰਹਿ ਰਿਹਾ, ਜਿਹਨੂੰ ਗੁਰੂ ਸਾਹਿਬ ਜੀ ਨੇ ਭਰਮ ਵੀ ਕਿਹਾ। ਹਜ਼ੂਰ ਕਹਿੰਦੇ ਨੇ ਮਾਧਵੇ ਕਿਆ ਕਹੀਆ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਜੋ ਬੰਦਾ ਸੰਸਾਰ ਨੂੰ ਵੇਖ ਕੇ ਆਪਣੀ ਅੰਡਰਸਟੈਂਡਿੰਗ ਉਹਦੇ ਬਾਰੇ ਰੱਖਦਾ ਹੈ, ਅਸਲ ਦੇ ਵਿੱਚ ਐਸਾ ਨਹੀਂ ਹੈ।
ਬੰਦਾ ਇੱਕ ਇਮੈਜਨਰੀ ਇੱਕ ਆਪਣੇ ਹਰ ਚੀਜ਼ ਨੂੰ ਵੇਖ ਕੇ ਨੋਸ਼ਨ ਬਣਾ ਲੈਂਦਾ ਆਪਣੇ ਸਰੀਰ ਦੇ ਪ੍ਰਤੀ ਕਿ ਸਦਾ ਲਈ ਮੈਂ ਇਸ ਧਰਤੀ ਤੇ ਹੀ ਰਹਿਣਾ ਹੈ। ਧਨ ਦੌਲਤ ਦੇ ਪ੍ਰਤੀ ਵੀ ਹੋਰ ਵੱਧ ਤੋਂ ਵੱਧ ਇਕੱਠਾ ਹੋ ਜਾਏ, ਘਰ-ਬਾਰ ਬੱਚਿਆਂ ਦੇ ਪ੍ਰਤੀ ਵੀ ਇਹ ਸਾਰੇ ਸਦੀਵੀ ਤੌਰ ਤੇ ਮੇਰੇ ਨੇ। ਇਹ ਬੰਦੇ ਦੀ ਆਪਣੀ ਇੱਕ ਭਰਮ ਦੀ ਦੁਨੀਆ ਦੀ ਅੰਡਰਸਟੈਂਡਿੰਗ ਹੈ। ਰਿਐਲਿਟੀ ਆਫ ਵਰਲਡ ਨੂੰ ਸਮਝਣ ਤੋਂ ਬੰਦਾ ਅਸਮਰਥ ਹੈ। ਔਰ ਅਗਿਆਨਤਾ ਵੀ ਬੜੀ ਵੱਡਾ ਸਾਗਰ ਹੈ, ਕਿਉਂਕਿ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਆ, ਲਗਾਤਾਰ ਰਹਿ ਕੇ ਅਸੀਂ ਉਹ ਸੇਮ ਧਾਰਨਾਵਾਂ ਸੁਣ ਕੇ ਇੱਕ ਤੇ ਨਵੀਆਂ ਚੀਜ਼ਾਂ ਸਿੱਖਣ ਤੋਂ ਅਸਮਰਥ ਹੋ ਜਾਂਦੇ ਹਾਂ। ਸਾਡੇ ਅੰਦਰ ਕਨਫਰਮੇਸ਼ਨ ਬਾਇਸ ਆ ਜਾਂਦੀ। ਤੁਸੀਂ ਵੇਖੋ, ਇਨਸਾਨ ਜਦੋਂ ਜਨਮ ਲੈਂਦਾ ਹੈ ਨਾ, ਬੱਚਾ, ਉਹ ਕਿਸੇ ਵੀ ਘਰ ਦੇ ਵਿੱਚ ਜਨਮ ਲਏ, ਵੈਸੇ ਤੇ ਉਹ ਇਨਸਾਨ ਹੀ ਹੁੰਦਾ। ਕ੍ਰਿਸਚਨ ਘਰ ਦੇ ਵਿੱਚ ਜਨਮ ਲਿਆ ਤੇ ਉਹਨੂੰ ਉਸ ਕਿਸਮ ਦੀ ਵਰਡਿੰਗ, ਉਹ ਸਾਰੀਆਂ ਆਪਣੀਆਂ ਧਾਰਨਾਵਾਂ ਮਾਤਾ ਪਿਤਾ ਵੱਲੋਂ ਸੁਣਾਉਣੀਆਂ ਸ਼ੁਰੂ ਕੀਤੀਆਂ ਜਾਂਦੀਆਂ। ਕਿਸੇ ਮੁਸਲਮਾਨ ਦੇ ਘਰ ਦੇ ਵਿੱਚ ਜਨਮ ਲਿਆ ਤੇ ਫਿਰ ਉਸ ਕਿਸਮ ਦੇ ਬਲੀਵ ਸਿਸਟਮ ਦੇ ਵਿੱਚ ਉਹਨੂੰ ਪਾਲਿਆ ਜਾਂਦਾ। ਹਿੰਦੂ ਧਰਮ ਦੇ ਵਿੱਚ ਜਨਮ ਲਿਆ ਤੇ ਕਿਧਰੇ ਬੁੱਤ ਪ੍ਰਸਤੀ ਹੈ, ਦਰਖਤਾਂ ਦੀ ਪੂਜਾ, ਜਾਨਵਰਾਂ ਦੀ ਪੂਜਾ ਹੈ, ਕਾਸਟ ਸਿਸਟਮ ਹੈ। ਔਰ ਹਰ ਸਮਾਜ ਦੇ ਵਿੱਚ ਜਿੰਨੀਆਂ ਕਮੀਆਂ ਵੀ ਨੇ ਉਹ ਵੀ ਬੱਚਾ ਸੁਣ ਕੇ ਗ੍ਰਹਿਣ ਕਰਦਾ ਜਾਂਦਾ। ਤੇ ਉਸ ਤੋਂ ਇਲਾਵਾ ਜੇ ਉਹਨੂੰ ਕਿਸੇ ਜੀਵਨ ਦੇ ਵਿੱਚ ਵਿਚਰਦਿਆਂ ਸੱਚਾਈ ਨਾਲ ਜਦੋਂ ਬੰਦੇ ਦਾ ਵਾਹ ਪੈਂਦਾ ਤੇ ਉਹਦੀਆਂ ਧਾਰਨਾਵਾਂ, ਭਾਵੇਂ ਉਹ ਜਿਹੜੇ ਬਲੀਵ ਸਿਸਟਮ ਉਹਨੂੰ ਦਿੱਤਾ ਗਿਆ ਉਹ ਅਸਲ ਵਿੱਚ ਉਹਨੂੰ ਇਨਸਾਨ ਨਾ ਬਣਾ ਸਕੇ, ਪਰ ਬੰਦੇ ਦੇ ਅੰਦਰ ਜੋ ਚੀਜ਼ਾਂ ਪ੍ਰੀ ਐਗਜ਼ਿਸਟਿੰਗ ਆਈਡੀਆਜ਼ ਨੇ ਉਹਨਾਂ ਨੂੰ ਬੰਦਾ ਛੱਡਣ ਲਈ ਤਿਆਰ ਨਹੀਂ ਹੁੰਦਾ। ਇਸ ਤਰ੍ਹਾਂ ਬੰਦੇ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਉਹ ਧਾਰਨਾਵਾਂ ਦੇ ਸਮੁੰਦਰ ਦੇ ਵਿੱਚ ਡੁੱਬਿਆ ਹੋਵੇ ਤੇ ਬਾਹਰ ਨਿਕਲਣ ਦੇ ਲਈ ਬੰਦਾ ਬਹੁਤੀ ਵਾਰੀ ਤੇ ਯਤਨਸ਼ੀਲ ਹੀ ਨਹੀਂ ਹੁੰਦਾ, ਪਰ ਜੇ ਕੋਈ ਕੱਢਣ ਦਾ ਯਤਨ ਕਰੇ ਵਹਿਮਾਂ ਭਰਮਾਂ ਚੋਂ, ਬੰਦਾ ਉਹਦੇ ਖਿਲਾਫ ਖੜਾ ਹੋ ਜਾਂਦਾ। ਇਸ ਕਰਕੇ ਸਾਰੀ ਜ਼ਿੰਦਗੀ ਉਹੀ ਕੁਝ ਸੁਣਨਾ ਚਾਹੁੰਦਾ ਜੋ ਉਹਦੇ ਪ੍ਰੀ ਐਗਜ਼ਿਸਟਿੰਗ ਆਈਡੀਓਲੋਜੀ, ਜੋ ਉਹਨੂੰ ਪਹਿਲਾਂ ਹੀ ਜਿਹੜੀ ਬਚਪਨ ਤੋਂ ਭਾਵੇਂ ਟੋਟਲੀ ਫੇਕ ਅੰਧ ਵਿਸ਼ਵਾਸ ਦੇ ਆਧਾਰਿਤ ਹੋਵੇ ਤੇ ਉਹ ਸੁਣਨ ਦੇ ਲਈ ਉਹੀ ਤਿਆਰ ਹੁੰਦਾ। ਜਿਵੇਂ ਜਾਤ ਪਾਤ ਹੈ ਐਗਜ਼ਾਮਪਲ ਦੇ ਤੌਰ ਤੇ, ਜਨਰੇਸ਼ਨ ਟੂ ਜਨਰੇਸ਼ਨ ਬੰਦੇ ਨੇ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜ਼ਿੰਦਗੀ ਬਤੀਤ ਕੀਤੀ ਹੈ। ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਖਾਸ ਕਰਕੇ ਕਿੰਨੇ ਸੋਸ਼ਲ ਰਿਫਾਰਮਿਸਟ ਆਏ ਨੇ ਜਿਨ੍ਹਾਂ ਨੂੰ ਮਨੁੱਖਤਾ ਦੇ ਲਈ ਦਰਦ ਸੀ। ਮਹਾਤਮਾ ਬੁੱਧ ਜੀ ਤੋਂ ਲੈ ਕੇ ਕੰਮ ਹੋਣਾ ਸ਼ੁਰੂ ਕੀਤਾ। ਗੁਰੂ ਸਾਹਿਬਾਨ ਨੇ ਬੜਾ ਵੱਡਾ ਰੋਲ ਪਲੇ ਕੀਤਾ, ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ, ਪਰ ਅੱਜ ਵੀ ਅਸਲ ਦੇ ਵਿੱਚ ਬੰਦਾ ਉਹ ਛੱਡਣ ਲਈ ਤਿਆਰ ਨਹੀਂ ਹੈ। ਇਹਦਾ ਮਤਲਬ ਅਸਲ ਦੇ ਵਿੱਚ ਇਹੋ ਜਿਹਾ ਸਮੁੰਦਰ ਹੈ ਜਿਹਦੇ ਚੋਂ ਬੰਦਾ ਪਾਰ ਨਹੀਂ ਹੁੰਦਾ ਪਿਆ, ਡੁੱਬਦਾ ਜਾ ਰਿਹਾ। ਹੋਰ ਇੰਨੇ ਲੋਕ ਕੰਮ ਕਰ ਚੁੱਕੇ ਨੇ, ਅੱਜ ਦੀ ਐਜੂਕੇਸ਼ਨ ਵੀ ਹੈ, ਫਿਰ ਵੀ ਬੰਦਾ ਜਾਤੀਵਾਦ ਦੇ ਹੰਕਾਰ ਦੇ ਵਿੱਚ ਜੀ ਹੀ ਰਿਹਾ ਹੈ। ਦੂਸਰੀ ਗੱਲ ਹੁੰਦੀ ਹੈ, ਅਸਲ ਦੇ ਵਿੱਚ ਉਹਨਾਂ ਚੀਜ਼ਾਂ ਦੇ ਉਸ ਤਰੀਕੇ ਦੇ ਨਾਲ ਹੀ ਅਰਥ ਕਰ ਲਿੱਤੇ ਜਾਂਦੇ ਨੇ। ਅੱਜ ਵੀ ਲੋਕ ਜਿਵੇਂ ਉਸ ਕਾਸਟ ਸਿਸਟਮ ਨੂੰ ਕਈ ਵਾਰੀ ਪ੍ਰਮੋਟ ਕਰਦੇ ਆ ਵੀ ਸਾਰੇ ਵਰਲਡ ਦੇ ਵਿੱਚ ਕਲਾਸਿਜ਼ਮ ਵੀ ਹੈ, ਛੋਟੇ ਵੱਡੇ ਰੁਤਬੇ ਦਾ ਵੀ ਫਰਕ ਹੈ, ਤੇ ਇਸ ਕਰਕੇ ਜੋ ਆਈਡੀਓਲੋਜੀ ਦਿੱਤੀ ਗਈ ਸੀ ਬੜੀ ਗੁੱਡ ਹੈ। ਕਹਿਣ ਤੋਂ ਮੁਰਾਦ ਇਹ ਆਪਾਂ ਕੇਵਲ ਇੱਕ ਐਗਜ਼ਾਮਪਲ ਲਈਏ। ਫਿਰ ਬੰਦੇ ਦੇ ਅੰਦਰ ਇਹ ਤੇ ਹੈ ਗਲਤ ਅੰਡਰਸਟੈਂਡਿੰਗ, ਗਲਤ ਬਲੀਵਸ ਜਿਹੜੇ ਉਹਨੂੰ ਦੇ ਦਿੱਤੇ ਗਏ ਨੇ ਸਮਾਜ ਵੱਲੋਂ, ਕਿਸੇ ਧਾਰਮਿਕ ਗ੍ਰੰਥ ਵੱਲੋਂ। ਇਹ ਧਾਰਨਾਵਾਂ, ਅੰਧ ਵਿਸ਼ਵਾਸ ਉਹਨੂੰ ਦੇ ਦਿੱਤਾ ਗਿਆ ਹੈ, ਜਿਹਨੂੰ ਉਹ ਕੈਰੀ ਕਰਕੇ ਜਿਉਂਦਾ ਆ ਰਿਹਾ ਹੈ। ਤੇ ਗਿਆਨ ਤੋਂ ਬਿਨਾਂ, ਗਿਆਨ ਦੀ ਕਮਾਈ ਤੋਂ ਬਿਨਾਂ ਪਹਿਲਾਂ ਤਾਂ ਬੰਦੇ ਨੂੰ ਨੌਲੇਜ ਓਰੀਐਂਟਡ ਹੋਣਾ ਪਏਗਾ। ਇਹ ਸਾਗਰ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਜਾ ਸਕਦਾ। ਦੂਸਰੀ ਗੱਲ, ਬੰਦੇ ਦੇ ਅੰਦਰ ਦੀਆਂ ਆਪ ਹੀ ਵਾਸ਼ਨਾਵਾਂ ਨੇ, ਬੰਦਾ ਖੁਦਗਰਜ਼ ਹੈ। ਔਰ ਕਈ ਵਾਰੀ ਅਰਜ਼ ਕੀਤੀ ਹੈ, ਜਿੰਨਾ ਦੁਨੀਆ ਦੇ ਅੰਦਰ ਮੈਟਰ ਵੱਧਦਾ ਜਾ ਰਿਹਾ ਨਾ, ਧਨ ਦੌਲਤ ਬੰਦੇ ਦੇ ਕੋਲ ਆਂਦਾ ਜਾ ਰਿਹਾ, ਉਹਨਾਂ ਬੰਦਾ ਹੋਰ ਵਾਸ਼ਨਾਵਾਂ ਦਾ ਸ਼ਿਕਾਰ ਹੁੰਦਾ ਜਾ ਰਿਹਾ।
ਕੁਝ ਸਦੀਆਂ ਪਿੱਛੇ ਚਲੇ ਜਾਈਏ ਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਵੇਂ ਕਾਮ ਇੱਕ ਸਾਗਰ ਹੈ, ਇੰਨੇ ਇੱਜ਼ਤ ਆਬਰੂ ਨੂੰ ਲੁੱਟਣ ਦੇ ਕੇਸ ਨਹੀਂ ਸੀ ਵਾਪਰਦੇ। ਕੇਵਲ ਇਨਵੇਡਰਸ ਬਾਹਰੋਂ ਆਉਂਦੇ ਸਨ ਜਾਂ ਕਿਧਰੇ ਹਮਲਾ ਹੋ ਗਿਆ, ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਸਨ। ਪਰ ਅੱਜ ਤੁਸੀਂ ਜੇਲ੍ਹਾਂ ਦੇ ਵਿੱਚ ਜਾ ਕੇ ਵੇਖ ਲਓ, ਜਾਂ ਜੋ ਕੁਝ ਮੀਡੀਆ ਤੇ ਬੰਦਾ ਵਾਚ ਕਰ ਰਿਹਾ ਹੈ, ਤੇ ਜਾਂ ਜਿੰਨਾ ਸਮਾਂ ਉਹ ਸਪੈਂਡ ਕਰਦਾ ਹੈ ਆਪਣੀਆਂ ਵਾਸ਼ਨਾਵਾਂ ਦੇ ਵਿੱਚ, ਆਪਣੇ ਆਪ ਦੇ ਵਿੱਚ ਹੀ ਸਾਗਰ ਹੈ, ਬਾਹਰ ਨਿਕਲਣ ਦਾ ਜਿਹੜਾ ਰਾਹ ਨਹੀਂ ਲੱਭ ਰਿਹਾ। ਇਸੇ ਤਰ੍ਹਾਂ ਬੰਦੇ ਦੇ ਅੰਦਰ ਕਰੋਧ ਹੈ, ਵਾਇਲੈਂਸ ਹੈ। ਤੇ ਤੁਸੀਂ ਵੇਖੋ ਅੱਜ ਦੀ ਜਿਹੜੀ ਰਿਪੋਰਟ ਕਹਿੰਦੀ ਵੀ ਬੰਦਾ ਜਿਵੇਂ ਜਿਵੇਂ ਇਸ ਟੈਕਨੋਲੋਜੀ ਦੇ ਵਰਲਡ ਦੇ ਵਿੱਚ ਵਿਚਰਦਾ ਹੈ, ਛੋਟੀ ਛੋਟੀ ਗੱਲ ਤੋਂ, ਕਿਉਂਕਿ ਬੰਦਾ ਫਰੀडम ਨੂੰ ਇੰਜੋਏ ਕਰ ਰਿਹਾ, ਦੂਜੇ ਨੂੰ ਬਰਦਾਸ਼ਤ ਨਹੀਂ ਕਰਦਾ, ਟੋਲਰੇਟ ਨਹੀਂ ਕਰਦਾ, ਆਪਣੇ ਮਾਪਿਓ ਨੂੰ ਕਈ ਵਾਰੀ ਟੋਲਰੇਟ ਕਰਨ ਦੇ ਲਈ ਤਿਆਰ ਨਹੀਂ ਹੁੰਦਾ। ਫਰਸਟ੍ਰੇਸ਼ਨ ਤੇ ਗੁੱਸਾ ਬੜੀ ਜਲਦੀ ਆਉਂਦਾ। ਡੋਮੈਸਟਿਕ ਵਾਇਲੇਸ਼ਨ ਤੋਂ ਲੈ ਕੇ, ਵਾਇਲੈਂਸ ਤੋਂ ਲੈ ਕੇ ਇੱਥੇ ਰਿਸ਼ਤੇ ਨਾਤਿਆਂ ਦੇ ਵਿੱਚ ਵੀ ਬੰਦਾ ਅਸਲ ਦੇ ਵਿੱਚ ਜਿਹੜਾ ਕਈ ਵਾਰੀ ਕਿਲ ਤੱਕ ਇੱਕ ਦੂਜੇ ਨੂੰ ਕਰ ਦਿੰਦਾ, ਭਰਾ ਭਰਾ ਨੂੰ ਮਾਰ ਰਿਹਾ, ਪਤੀ ਪਤਨੀ, ਇਸ ਤਰ੍ਹਾਂ ਦੇ ਰਿਸ਼ਤਿਆਂ ਦੇ ਵਿੱਚ ਵਾਪਰਦਾ ਹੈ। ਤੇ ਫਿਰ ਵਰਲਡ ਦੇ ਵਿੱਚ ਜਿੰਨਾ ਕ੍ਰਾਈਮ ਵੱਧਦਾ ਜਾ ਰਿਹਾ ਬੰਦੇ ਦੇ ਅੰਦਰ, ਇੱਥੋਂ ਤੱਕ ਕਿ ਬੰਦੇ ਦੇ ਗੁੱਸੇ ਨੂੰ ਕੰਟਰੋਲ ਕਰਨ ਦੇ ਲਈ, ਕਿਉਂਕਿ ਜਿੰਨਾ ਬੰਦਾ ਜਿਹੜਾ ਪਾਵਰਫੁਲ ਹੋਏਗਾ ਓਨਾ ਹੀ ਗੁੱਸੇ ਦੇ ਵਿੱਚ ਆਏਗਾ ਤੇ ਹੋਰ ਡੇਂਜਰਸ ਹੋ ਜਾਏਗਾ ਲੋਕਾਂ ਦੇ ਲਈ। ਆਮ ਕਰਕੇ ਕਿਹਾ ਜਾਂਦਾ ਹੈ ਕਿ ਪਾਵਰ ਟੈਂਡਸ ਟੂ ਕਰਪਟ, ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟਲੀ, ਕਿ ਅਸਲ ਦੇ ਵਿੱਚ ਜਿੰਨੀ ਜੇ ਜ਼ਿਆਦਾ ਤਾਕਤ ਹੋਏਗੀ ਉਨਾ ਜ਼ਿਆਦਾ ਦੂਜਿਆਂ ਨੂੰ ਮਾਰੇਗਾ। ਤੇ ਅੱਜ ਦੁਨੀਆ ਦੇ ਅੰਦਰ ਦੇਸ਼ਾਂ ਦੇ ਜੰਗ ਹੋ ਰਹੇ ਨੇ ਕੁਝ ਬੰਦਿਆਂ ਦੇ ਕਰਕੇ, ਕਿਉਂਕਿ ਅੰਦਰ ਕਰੋਧ ਹੈ। ਤੇ ਵੱਡੀਆਂ ਵੱਡੀਆਂ UN ਵਰਗੀਆਂ ਸੰਸਥਾਵਾਂ ਨੇ ਜਿੱਥੇ ਕਰੋੜਾਂ ਅਰਬਾਂ ਰੁਪਇਆ ਸਾਡਾ ਤੁਹਾਡਾ ਸਾਰੇ ਲੋਕਾਂ ਦਾ, ਸਿਟੀਜ਼ਨਸ ਦਾ ਲੱਗ ਰਿਹਾ, ਤੇ ਅਸਲ ਦੇ ਵਿੱਚ ਬੰਦੇ ਨੇ ਏਡੇ ਮਾਰੂ ਹਥਿਆਰ ਬਣਾ ਲਏ ਨੇ ਵੀ ਧਰਤੀ ਦੇ ਉੱਤੇ ਜਿਹੜਾ ਲਗਾਤਾਰ ਹਿਊਮਨ ਲਾਈਫ ਜਾਂ ਦੂਸਰੇ ਜਾਨਵਰਾਂ ਦੀ ਵੀ ਲਾਈਫ ਬਚੇਗੀ, ਇਹ ਖਤਰਾ ਪੈਦਾ ਹੁੰਦਾ ਜਾ ਰਿਹਾ। ਤੇ ਕਿਧਰੇ ਨਾਨ ਪ੍ਰੋਲੀਫਰੇਸ਼ਨ ਟ੍ਰੀਟੀਜ਼ ਵੀ, ਨਿਊਕਲੀਅਰ ਵਾਰ ਸੈਸੇਸ਼ਨ ਉਹਦਾ ਹੋਣਾ ਚਾਹੀਦਾ। ਇਹ ਬੜੀਆਂ ਬੜੀਆਂ ਵੱਡੀਆਂ ਮੀਟਿੰਗਾਂ, ਸਮਿਟ ਆਰਗੇਨਾਈਜ਼ ਵਰਲਡ ਵੱਲੋਂ ਕੀਤੇ ਜਾਂਦੇ ਨੇ, ਪਰ ਬੰਦੇ ਦਾ ਗੁੱਸਾ ਜਿਹੜਾ ਹੋਰ ਵੱਧਦਾ ਜਾ ਰਿਹਾ, ਫਰਸਟ੍ਰੇਸ਼ਨ ਬੰਦੇ ਦੇ ਬਿਹੇਵ ਦੇ ਵਿੱਚ। ਤੇ ਜਿਹੜੀ ਦੁਨੀਆ ਦੇ ਵਿੱਚ ਅੱਜ ਰਹਿੰਦੇ ਆ, ਜਿੱਥੇ ਸਮਝਿਆ ਜਾਂਦਾ ਵੀ ਬੰਦੇ ਕੋਲ ਬੜਾ ਗਿਆਨ ਹੈ, ਬੰਦਾ ਹਿਊਮੈਨਿਟੇਰੀਅਨ ਵੇ ਦੇ ਨਾਲ ਬਹੁਤ ਸੋਚਣ ਵਾਲੇ ਲੋਕ ਨੇ, ਬੜੀਆਂ ਹਿਊਮਨ ਵੈਲਿਊਜ਼ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਵੀ ਇਨਸਾਨ ਪੜ੍ਹ ਲਿਖ ਗਿਆ, ਤੇ ਤੁਸੀਂ ਵੇਖੋ ਕਰੋੜਾਂ ਲੋਕ ਜਿਹੜੇ ਮਰ ਵੀ ਰਹੇ ਨੇ ਦੂਸਰੇ ਪਾਸੇ ਵਰਲਡ ਦੇ ਵਿੱਚ। ਇਸੇ ਤਰ੍ਹਾਂ ਲੋਭ ਹੈ, ਲੋਭ ਦੇ ਵਿੱਚ ਬੇਈਮਾਨੀ ਹਰ ਥਾਂ ਤੇ ਵੱਧਦੀ ਜਾ ਰਹੀ ਹੈ। ਇਹ ਸਾਗਰ ਹੈ ਜਿਹਨੂੰ ਗੁਰੂ ਸਾਹਿਬ ਜੀ ਜ਼ਿਕਰ ਕਰ ਰਹੇ ਨੇ। ਇਸੇ ਤਰ੍ਹਾਂ ਮੋਹ ਹੈ ਜਿਹਦੇ 'ਚ ਭਾਈ ਭਤੀਜਾਵਾਦ ਹੈ, ਨੈਪੋਟਿਜ਼ਮ ਹੈ, ਕਰੋਨੀਜ਼ਮ ਹੈ। ਜਿਹੜੇ ਲੋਕ ਆਪਣੇ ਗਰੁੱਪ ਦੇ ਨੇ, ਬੰਦਾ ਉਹਨਾਂ ਦੀ ਪਿੱਠ ਥਾਪਦਾ ਭਾਵੇਂ ਉਹ ਗਲਤੀ ਹੋਣ। ਇਸ ਕਰਕੇ ਬੰਦੇ ਨੂੰ ਅਟੈਚਮੈਂਟ ਕਿਧਰੇ ਆਪਣੀ ਫੈਮਿਲੀ ਦੇ ਨਾਲ ਹੈ ਤੇ ਦੂਸਰਿਆਂ ਦੇ ਨਾਲ ਮੋਹ ਦੇ ਵਿੱਚ ਆ ਕੇ ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਤੇ ਸੱਚ ਹੈ ਅੱਜ ਵੀ ਇਸ ਗਰੁੱਪਿਜ਼ਮ ਦੇ ਮਾਹੌਲ ਦੇ ਵਿੱਚ ਦੇਸ਼ਾਂ ਦੇ ਆਪਣੇ ਅਲਾਇੰਸ ਨੇ, ਬੰਦਾ ਐਥੀਕਲੀ ਹੋਰ ਜਿਹੜਾ ਵਿਕਾਰਾਂ ਦੇ ਸਾਗਰ ਦੇ ਵਿੱਚ ਡੁੱਬਦਾ ਜਾ ਰਿਹਾ, ਔਰ ਸਾਊਂਡ ਹੋਣ ਦੀ ਬਜਾਏ ਜਿਹੜਾ ਉਹਦੇ 'ਚੋਂ ਨੈਤਿਕਤਾ ਗਰਕ ਹੁੰਦੀ ਜਾ ਰਹੀ ਹੈ। ਤੇ ਤੁਸੀਂ ਵੇਖੋ ਇਕੁਐਲਿਟੀ ਦੀ ਬਹੁਤ ਥਾਂ ਤੇ ਗੱਲ ਕੀਤੀ ਗਈ, ਔਰ ਸਾਰੇ ਸਕ੍ਰਿਪਚਰਸ ਦੇ ਵਿੱਚ ਕਿਧਰੇ ਹਿੰਦੁਸਤਾਨ ਦੇ ਵਿੱਚ ਵਾਸੂਦੇਵ ਕੁਟੰਬਕਮ ਦੀ ਗੱਲ ਕੀਤੀ ਜਾਂਦੀ, ਪਰ ਪ੍ਰੈਕਟੀਕਲੀ ਵੇਖੀਏ ਤੇ ਘੱਟ ਗਿਣਤੀਆਂ ਮਿਨੋਰਿਟੀਜ਼ ਦੇ ਉੱਤੇ ਜੋ ਕੁਝ ਵਾਪਰਦਾ ਹੈ, ਜਾਂ ਜਿਨ੍ਹਾਂ ਨੂੰ ਸ਼ੂਦਰ ਕਿਹਾ ਗਿਆ ਉਹਨਾਂ ਦੇ ਨਾਲ ਸਦੀਆਂ ਜੋ ਵਾਪਰਿਆ ਹੈ, ਅਸਲ ਦੇ ਵਿੱਚ ਬੰਦਾ ਡਿਸਕ੍ਰਿਮੀਨੇਸ਼ਨ ਦੇ ਸਾਗਰ ਦੇ ਵਿੱਚ, ਵਿਤਕਰੇ ਦੇ ਸਾਗਰ ਦੇ ਵਿੱਚ ਡੁੱਬਾ ਹੋਇਆ, ਦੂਜਿਆਂ ਦੇ ਨਾਲ ਨਫ਼ਰਤ ਕਰ ਰਿਹਾ। ਕਿਧਰੇ ਕਲਰਿਜ਼ਮ ਹੈ, ਕਿਧਰੇ ਕਾਸਟਿਜ਼ਮ ਹੈ, ਕਿਧਰੇ ਜੈਂਡਰ ਡਿਸਕ੍ਰਿਮੀਨੇਸ਼ਨ ਹੈ।
ਤੇ ਕੋਈ ਨਾ ਕੋਈ ਵਿਤਕਰਾ ਵਰਲਡ ਦੇ ਵਿੱਚ ਵਾਪਰ ਹੀ ਰਿਹਾ ਹੈ। ਭਾਵੇਂ ਕਿ ਆਪਣੇ ਆਪ ਨੂੰ ਕੁਝ ਲੋਕ ਜਿਹੜੇ ਗਲੋਬਲ ਸਿਟੀਜ਼ਨ ਵੀ ਸਮਝਦੇ ਨੇ, ਇਹੋ ਜਿਹੀਆਂ ਸੰਸਥਾਵਾਂ ਵੀ ਨੇ ਗਲੋਬਲੀ ਤੌਰ ਤੇ। ਸਾਨੂੰ ਬਹੁਤ ਮਹਾਂਪੁਰਸ਼ਾਂ ਨੇ ਪਾਠ ਪੜ੍ਹਾਇਆ ਕਿ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਗੁਰੂ ਸਾਹਿਬ ਜੀ ਨੇ ਵੀ ਕਿਹਾ। ਪਰ ਬੰਦਾ ਫਿਰ ਵੀ ਅੰਦਰੋਂ ਵਿਤਕਰਿਆਂ ਦੇ ਨਾਲ, ਨਫ਼ਰਤ ਦੇ ਨਾਲ, ਜਿਹੜਾ ਦੂਜਿਆਂ ਦੇ ਨਾਲ ਦੂਜਿਆਂ ਨੂੰ ਨੀਵਾਂ ਦਿਖਾਉਣ ਦੇ ਇਸ ਕਿਸਮ ਦੇ ਅਗਿਆਨਤਾ ਤੇ ਵਹਿਮਾਂ ਭਰਮਾਂ ਅਤੇ ਵਿਕਾਰਾਂ ਦੇ ਸਾਗਰ ਦੇ ਵਿੱਚ ਡੁੱਬਿਆ ਹੋਇਆ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਇੱਥੇ ਹੀ ਨਹੀਂ, ਵਿਕਾਰਾਂ ਵਾਸ਼ਨਾਵਾਂ ਦੇ ਵਿੱਚ ਨਹੀਂ, ਅਗਿਆਨਤਾ ਫਿਰ ਵਿਕਾਰਾਂ, ਫਿਰ ਬੰਦਾ ਇਸ ਤੋਂ ਅਗਲੀ ਗੱਲ ਇਹਨਾਂ ਤੋਂ ਵਿਕਾਰਾਂ ਤੋਂ, ਕਿਉਂਕਿ ਇੱਕ ਤੇ ਅਗਿਆਨਤਾ ਵਸ ਕਮਾਏ ਹੋਏ ਕਰਮ ਨੇ, ਦੂਸਰਾ ਆਪਣੇ ਅੰਦਰ ਦੀਆਂ ਵਾਸ਼ਨਾਵਾਂ ਤੇ ਬੰਦਾ ਕੰਟਰੋਲ ਨਹੀਂ ਕਰ ਪਾ ਰਿਹਾ। ਇਸ ਕਰਕੇ ਇਹਦੇ ਜਿਹੜੇ ਕਨਸੀਕੁਐਂਸਿਸ ਨੇ, ਇਹਦੇ ਜਿਹੜੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਰਿਜ਼ਲਟ ਨਿਕਲ ਰਹੇ ਨੇ, ਉਹ ਵੀ ਜਿਹੜੇ ਬੜੇ ਦੁਖਦਾਈ ਨੇ। ਇਸ ਕਰਕੇ ਚਿੰਤਾ ਹੈ, ਡਿਪਰੈਸ਼ਨ ਹੈ, ਐਂਜ਼ਾਇਟੀ ਤੇ ਹੋਰ ਕਿਸਮ ਦੇ ਦੁੱਖਾਂ ਦੇ ਵਿੱਚ ਬੰਦਾ ਚਿੰਤਤ ਹੀ ਦਿਸੈ ਸਭ ਕੋਈ। ਗੁਰੂ ਸਾਹਿਬ ਜੀ ਨੇ ਕਿਹਾ ਚਿੰਤਤ ਹੀ ਹਰ ਬੰਦਾ ਦਿਸਦਾ, ਫਰਸਟ੍ਰੇਟਡ ਤੇ ਦੁਖੀ ਦਿਸਦਾ ਹੈ। ਇਹ ਸਾਰਾ ਸਾਗਰ ਹੈ ਤੇ ਇਹ ਸਾਗਰ ਤੋਂ ਗੁਰੂ ਸਾਹਿਬ ਜੀ ਨੇ ਤਰਨ ਦੇ ਲਈ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕੀਤਾ ਹੈ, ਸੰਤੋ ਸਾਗਰ ਪਾਰ ਉਤਰੀਐ। ਇਹ ਸਾਗਰ ਤੋਂ ਪਾਰ ਉਤਰਿਆ ਜਾ ਸਕਦਾ ਤੋ ਕੇਵਲ ਇੱਕੋ ਹੀ ਢੰਗ ਹੈ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਜੇ ਗੁਰੂ ਸਾਹਿਬ ਜੀ ਦਾ ਕੋਈ ਬਚਨ ਕਮਾ ਲਏ, ਕੇਵਲ ਸੁਣੇ ਨਾ, ਕੇਵਲ ਪੜ੍ਹੇ ਨਾ, ਅਸਲ ਦੇ ਵਿੱਚ ਉਹਦੀ ਕਮਾਈ ਵੀ ਪ੍ਰੈਕਟੀਕਲ ਕਰੇ। ਜਿਵੇਂ ਬੜੇ ਕਮਾਲ ਦੀ ਸਮਝਣ ਲਈ ਗਾਥਾ ਹੈ ਵੀ ਅੱਜ ਧਾਰਮਿਕ ਸਥਾਨਾਂ ਤੇ ਲੋਕ ਬੜੇ ਜਾ ਰਹੇ ਨੇ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਭੀੜਾਂ ਨੇ ਉੱਥੇ ਜਾਣ ਵਾਲੀਆਂ, ਤੇ ਜਦੋਂ ਕਿਧਰੇ ਪ੍ਰੈਕਟੀਕਲ ਜਿਹੜਾ ਬਾਣੀ ਦੇ ਮੁਤਾਬਕ ਜ਼ਿੰਦਗੀ ਜਿਉਣ ਵਾਲਿਆਂ ਦੀ ਗੱਲ ਆਉਂਦੀ ਜਾਂ ਹਰ ਮਜ਼ਹਬ ਦੇ ਵਿੱਚ ਇਨਸਾਨੀਅਤ ਦੀ ਗੱਲ ਆਉਂਦੀ ਹੈ, ਉਦੋਂ ਬੰਦਾ ਉਹਨਾਂ ਨਹੀਂ ਜੁੜਿਆ ਲੱਗਦਾ। ਉਦੋਂ ਲੱਗਦਾ ਵੀ ਇਹਦਾ ਤੇ ਕਰਮ ਧਰਮ ਪਾਖੰਡ ਜੋ ਦਿਸਾ, ਜੋ ਅੱਜ ਦੇ ਹੁਕਮਨਾਮੇ ਦੇ ਅੰਦਰ ਹੀ ਹਜ਼ੂਰ ਨੇ ਕਿਹਾ ਵੀ ਇਹ ਤੇ ਬੰਦਾ ਪਖੰਡੀ ਸਾਬਤ ਹੋਇਆ ਜਿਹਨੂੰ ਧਾਰਮਿਕ ਸਮਝਿਆ ਜਾ ਰਿਹਾ ਸੀ। ਤੇ ਅਸਲ ਦੇ ਵਿੱਚ ਬਚਨਾਂ ਨੂੰ ਕਮਾ ਨਹੀਂ ਰਿਹਾ। ਗਿਆਨ ਬੰਦੇ ਕੋਲ ਬਹੁਤ ਹੈ, ਵੈਸੇ ਲੌਫਟੀ ਵਰਡਸ ਵੀ ਨੇ ਵੀ ਜਿਹੜਾ ਮੋਰੈਲਿਟੀ ਦੇ ਵਿੱਚ ਬਹੁਤ ਹਾਈ ਤੇ ਬੰਦਾ ਵੱਡੀਆਂ ਵੱਡੀਆਂ ਨੈਤਿਕਤਾ ਦੀਆਂ ਗੱਲਾਂ ਵੀ ਕਰ ਰਿਹਾ ਜਦੋਂ ਡਾਇਲੌਗ ਇੱਕ ਦੂਜੇ ਨਾਲ ਕਰ ਰਿਹਾ। ਪਰ ਜਦੋਂ ਪ੍ਰੈਕਟੀਕਲ ਕਮਾਉਣ ਦੀ ਗੱਲ ਆਉਂਦੀ, ਉਸ ਸਮੇਂ ਕਮਾਈ ਕਰਨ ਲਈ ਤਿਆਰ ਨਹੀਂ। ਜਿਵੇਂ ਇੱਕ ਸਮਝਣ ਦੇ ਲਈ ਬੜੇ ਕਮਾਲ ਦੀ ਗਾਥਾ ਹੈ ਕਿ ਕਿਸੇ ਇਨਸਾਨ ਦੇ ਕੋਲ ਬੜਾ ਵੱਡਾ ਧਨ ਸੀ, ਸੋਨਾ ਚਾਂਦੀ ਉਹਦੀਆਂ ਤਜ਼ੋਰੀਆਂ ਦੇ ਵਿੱਚ ਭਰਿਆ ਪਿਆ ਸੀ, ਪਰ ਕਈ ਵਾਰੀ ਧਨ ਹੋਣ ਦੇ ਬਾਵਜੂਦ ਵੀ ਬੰਦਾ ਬਹੁਤ ਜ਼ਿਆਦਾ ਮਾਈਜ਼ਰ, ਕੰਜੂਸ ਕਿਸਮ ਦਾ ਹੁੰਦਾ, ਕਿਉਂਕਿ 3-4 ਤਰ੍ਹਾਂ ਦੀ ਗਰੀਬੀ ਹੁੰਦੀ ਹੈ। ਇੱਕ ਤੇ ਐਬਸੋਲਿਊਟ ਗਰੀਬੀ ਹੁੰਦੀ ਹੈ, ਜਦੋਂ ਬੰਦਾ ਆਪਣੇ ਲਈ ਕੱਪੜੇ ਨਾ ਖਰੀਦ ਸਕੇ, ਐਜੂਕੇਸ਼ਨ ਨਾ, ਹੋਰ ਇਲਾਜ ਨਾ ਕਰਾ ਸਕੇ, ਇਹ ਸਾਧਨਾਂ ਤੋਂ ਵਾਂਝਾ ਹੋਵੇ। ਦੂਸਰੀ ਗਰੀਬੀ ਹੁੰਦੀ ਰਿਲੇਟਿਵਲੀ ਗਰੀਬੀ, ਜਿਹੜੀ ਬੰਦਾ ਇਹ ਸਾਰੇ ਸਾਧਨ ਤੇ ਆਪਣੇ ਆਪ ਨੂੰ ਮੁਹੱਈਆ ਕਰਵਾ ਸਕੇ, ਪਰ ਜਿਹੜਾ ਆਲਾ ਦੁਆਲਾ ਰਹਿੰਦਾ, ਕਿਸੇ ਕੋਲ ਵੱਡਾ ਘਰ ਹੈ, ਸਾਡੇ ਕੋਲ ਬੰਦੇ ਕੋਲ ਛੋਟਾ ਹੋਵੇ, ਕਿਸੇ ਕੋਲ ਮਹਿੰਗੀ ਗੱਡੀ ਹੈ, ਬੰਦੇ ਕੋਲ ਛੋਟੀ ਗੱਡੀ ਹੋਵੇ, ਇਹਦਾ ਮਤਲਬ ਅਸਲ ਦੇ ਵਿੱਚ ਰਿਲੇਟਿਵਲੀ ਜਿਹੜੀ ਪੋਵਰਟੀ ਹੈ। ਤੇ ਇਸ ਤੋਂ ਅਗਲੀ ਚੱਲ ਕੇ ਕਲਚਰ ਗਰੀਬੀ ਹੁੰਦੀ ਹੈ ਵੀ ਬੰਦੇ ਕੋਲ ਪੈਸਾ ਆ ਜਾਏ ਪਰ ਉਹ ਖਰਚਣ ਦੇ ਲਈ ਤਿਆਰ ਨਾ ਹੋਵੇ, ਤੇ ਜਾਂ ਬੰਦਾ ਅੰਦਰੋਂ ਕੰਜੂਸ ਕਿਸਮ ਦਾ ਹੋਵੇ। ਤੇ ਉਹਦੇ ਨਾਲ ਵੀ ਇਹ ਘਟਨਾ ਵਾਪਰੀ ਵੀ ਪੈਸਾ ਤੇ ਬਹੁਤ ਸੀ, ਅੰਦਰੋਂ ਕੰਜੂਸ ਹੋਣ ਕਰਕੇ ਨਾ ਆਪ ਗਰੀਬਾਂ ਵਰਗੀ ਜ਼ਿੰਦਗੀ ਆਪ ਬਤੀਤ ਕਰਨੀ, ਧੀਆਂ ਪੁੱਤਰਾਂ ਨੂੰ ਨਾ ਦੇਣਾ, ਤੇ ਘਰ ਦੇ ਵਿੱਚ ਕੋਈ ਆਇਆ ਗਿਆ ਹੋਵੇ ਉਹ ਵੀ ਕਈ ਵਾਰੀ ਉਹਦੇ ਤੇ ਖਰਚ ਨਹੀਂ ਕਰਨਾ, ਵੀ ਇੱਥੋਂ ਤੱਕ ਵੀ ਚਾਹ ਪਾਣੀ ਨਹੀਂ ਪੁੱਛਣਾ। ਇਹ ਸਮਝਣ ਦੇ ਲਈ ਗਾਥਾ ਹੈ। ਤੇ ਇਸ ਤਰ੍ਹਾਂ ਦਿਨ ਲੰਘਦੇ ਗਏ, ਇੱਥੋਂ ਤੱਕ ਵੀ ਧੀਆਂ ਪੁੱਤਰਾਂ ਨੂੰ ਵੀ ਲੋੜ ਪੈਂਦੀ ਤੇ ਉਹਨਾਂ ਨੇ ਕਿਸੇ ਕੋਲੋਂ ਮੰਗ ਕੇ ਗੁਜ਼ਾਰਾ ਕਰਨਾ, ਉਧਾਰ ਮੰਗਣੇ, ਤੇ ਕਈ ਦਿਨ ਲੰਘ ਜਾਣੇ, ਕਈ ਵਾਰੀ ਉਧਾਰ ਵਾਪਸ ਨਾ ਕਰਨਾ ਉਸ ਕੰਜੂਸ ਬੰਦੇ ਨੇ।
ਤੇ ਇੱਕ ਦਿਨ ਉਹਦੇ ਧੀਆਂ ਪੁੱਤਰਾਂ ਨੇ ਕੀ ਕੀਤਾ, ਆਪਣੇ ਪਿਤਾ ਨੂੰ ਸਮਝਾਉਣ ਦੇ ਲਈ ਜੋ ਉਹਦੇ ਕੋਲ ਸੋਨਾ ਪਿਆ ਸੀ ਉਹ ਸਾਰਾ ਉੱਥੋਂ ਚੁੱਕ ਕੇ ਉਹਦੇ ਥਾਂ ਤੇ ਇੱਕ ਪੱਥਰ ਰੱਖ ਦਿੱਤਾ, ਉਹਦੇ ਤੇ ਲਿਖ ਦਿੱਤਾ ਸੋਨਾ ਚਾਂਦੀ, ਕਿਸੇ ਤੇ ਹੋਰ ਕੁਝ ਲਿਖ ਦਿੱਤਾ ਜੋ ਕੁਝ ਉਹਨੇ ਰੱਖਿਆ ਸੀ। ਤੇ ਜਦੋਂ ਉਸ ਕੰਜੂਸ ਬੰਦੇ ਨੇ ਵੇਖਿਆ ਤੇ ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਵੀ ਇਹ ਸੋਨਾ, ਇਹ ਚਾਂਦੀ, ਇਹ ਸਾਰਾ ਕੁਝ ਕਿੱਥੇ ਗਿਆ। ਉਹਦੇ ਪੁੱਤਰਾਂ ਨੇ ਕਿਹਾ ਵੀ ਅਸਲ ਦੇ ਵਿੱਚ ਵੇਖੋ, ਆ ਪਿਤਾ ਜੀ ਤੁਹਾਨੂੰ ਭੁਲੇਖਾ ਲੱਗਾ, ਆ ਜਿਹੜਾ ਫਲਾਣੇ ਵੱਡੇ ਪੱਥਰ ਤੇ ਲਿਖਿਆ ਹੋਇਆ ਇਹ ਸੋਨਾ ਹੀ ਹੈ। ਉਹ ਕਹਿਣ ਲੱਗਾ ਮੈਨੂੰ ਤੁਸੀਂ ਕੀ ਸਮਝਦੇ ਹੋ ਵੀ ਇਹ ਤੇ ਪੱਥਰ ਹੈ। ਤੇ ਉਹਨਾਂ ਨੇ ਗੱਲ ਕਹੀ ਵੀ ਪਿਤਾ ਜੀ ਅੱਜ ਤੱਕ ਤੁਹਾਡੇ ਕੋਲ ਇਹ ਸਾਰਾ ਕੁਝ ਹੈ ਸੀ, ਪਰ ਗਰੀਬ ਬੰਦੇ ਤੋਂ ਵੀ ਬਦਤਰ ਜ਼ਿੰਦਗੀ ਤੁਸੀਂ ਬਤੀਤ ਕਰ ਰਹੇ ਸੀ ਔਰ ਸਾਨੂੰ ਵੀ ਮਜਬੂਰ ਕਰ ਰਹੇ ਸੀ। ਨਾ ਸਾਨੂੰ ਵਰਤਨ ਦਿੰਦੇ ਸੀ ਤੇ ਨਾ ਹੀ ਤੁਸੀਂ ਆਪ ਚੰਗਾ ਖਾਇਆ ਪਾਇਆ ਹੰਡਾਇਆ, ਨਾ ਕਿਸੇ ਦੀ ਸੇਵਾ ਇਹਦੇ ਨਾਲ ਕੀਤੀ। ਤੇ ਤੁਹਾਡੇ ਲਈ ਤੇ ਉਹ ਧਨ ਦੌਲਤ ਅਸਲ ਦੇ ਵਿੱਚ ਪੱਥਰ ਹੀ ਹੈ, ਤੁਸੀਂ ਤੇ ਵੇਖਣਾ ਹੀ ਹੈ ਆ ਕੇ। ਤੇ ਤੁਸੀਂ ਅੱਜ ਜੋ ਸੋਨਾ ਲਿਖਿਆ ਇਹਦੇ ਤੇ ਵੇਖ ਕੇ ਤੇ ਖੁਸ਼ ਹੋ ਲਿਆ ਕਰੋ ਵੀ ਮੇਰੇ ਕੋਲ ਇੰਨਾ ਸੋਨਾ ਪਿਆ ਹੈ, ਇੰਨੀ ਮੇਰੀ ਕੋਲ ਚਾਂਦੀ ਪਈ ਹੈ, ਇੰਨੀ ਮੇਰੇ ਕੋਲ ਕੈਸ਼ ਪਈ ਹੈ, ਕਿਉਂਕਿ ਤੁਸੀਂ ਜੀਵਨ ਦੇ ਵਿੱਚ ਵਰਤਣੀ ਤੇ ਨਹੀਂ। ਇਸੇ ਤਰ੍ਹਾਂ ਬੰਦਾ ਅੱਜ ਇਹ ਗੱਲ ਕਹਿ ਰਿਹਾ ਵੀ ਮੇਰਾ ਧਰਮ ਬਹੁਤ ਜ਼ਿਆਦਾ ਮਹਾਨ ਹੈ। ਅੱਜ ਅਸੀਂ ਕਹਿੰਦੇ ਵੀ ਸਿੱਖ ਧਰਮ ਸਭ ਤੋਂ ਵਧੀਆ ਹੈ, ਪਰ ਸਿੱਖੋ ਅਸੀਂ ਇਹ ਵੀ ਸੋਚਣਾ ਵੀ ਅਸੀਂ ਵਰਤਿਆ ਵੀ ਹੈ ਜੋ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਵੀ ਹਰ ਕਿਸਮ ਦੇ ਨਸ਼ੇ ਦੇ ਖਿਲਾਫ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਲਿਖਿਆ ਹੈ। ਪਾਨ ਸੁਪਾਰੀ ਖਾਤੀਆਂ, ਮੁਖ ਬੇੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਤੇ ਅਸੀਂ ਕਹੀ ਜਾਈਏ ਵੀ ਗੁਰੂ ਸਾਹਿਬ ਜੀ ਦਾ ਬੜਾ ਵੱਡਾ ਖਜ਼ਾਨਾ ਹੈ, ਪਰ ਪੰਜਾਬ ਜਾਣਿਆ ਜਾਂਦਾ ਹੋਵੇ ਵੀ ਨਸ਼ਿਆਂ ਦੇ ਨਾਂ ਦੇ ਉੱਤੇ ਇਹ ਡੁੱਬਦਾ ਜਾ ਰਿਹਾ। ਅਸਲ ਦੇ ਵਿੱਚ ਨਸ਼ਾ ਕਰਨ ਵਾਲੇ ਸਭ ਤੋਂ ਜ਼ਿਆਦਾ ਨੇ। ਇਹਦਾ ਮਤਲਬ ਇਹ ਹੈ ਕਿ ਸਾਡੇ ਕੋਲ ਖਜ਼ਾਨਾ ਤੇ ਬੜਾ ਵੱਡਾ ਹੈ, ਪਰ ਉਹ ਕਮਾਈ ਦੇ ਵਿੱਚ ਸਾਡੀ ਵਰਤੋਂ ਦੇ ਵਿੱਚ ਨਹੀਂ ਆ ਰਿਹਾ। ਜਿਵੇਂ ਕੋਈ ਬੰਦਾ, ਜਿਵੇਂ ਰਾਤ ਵੀ ਅਰਜ਼ ਕੀਤੀ ਸੀ, ਬੰਦਾ ਕਹੇ ਮੇਰੇ 'ਚ ਨਿਮਰਤਾ ਤੇ ਬੜੀ ਏ, ਪਰ ਮੈਂ ਜਦੋਂ ਲੋਕਾਂ ਨਾਲ ਬੋਲਣਾ ਮੇਰੇ ਕੋਲੋਂ ਬੜੇ ਮਾੜੇ ਬੋਲ ਗਾਲੀ ਗਲੋਚ ਕੀਤਾ ਜਾਂਦਾ। ਵੈਸੇ ਮੈਂ ਬੜਾ ਨਿਮਰਤਾ ਵਾਲਾ ਚੰਗਾ ਇਨਸਾਨ ਹਾਂ, ਗੁਰਮੁਖ ਹਾਂ, ਪਰ ਜਦੋਂ ਲੋਕਾਂ 'ਚ ਵਿਚਰਾਂ ਤੇ ਮੇਰੀ ਮਨਮੁਖਤਾਈ ਝਲਕ ਪੈਂਦੀ ਹੈ। ਇਹਦਾ ਮਤਲਬ ਉਹ ਗਿਆਨ ਜਿਹੜਾ ਵਰਤੋਂ ਦੇ ਵਿੱਚ ਨਹੀਂ ਆ ਰਿਹਾ, ਅਸਲ ਦੇ ਵਿੱਚ ਉਹਦੀ ਕਮਾਈ ਨਹੀਂ ਹੋ ਰਹੀ। ਕਮਾਈ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਹੋ ਰਹੀ ਹੈ। ਤੇ ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ ਕਿ ਇਹ ਜਿਹੜਾ ਅਗਿਆਨਤਾ ਦਾ ਸਾਗਰ ਹੈ, ਤੇ ਜੇ ਅਗਿਆਨਤਾ ਦਾ ਸਾਗਰ ਹੈ, ਇਹਦੇ ਲਈ ਨਵੀਆਂ ਚੀਜ਼ਾਂ ਸਾਨੂੰ ਰੋਜ਼ਾਨਾ ਲਰਨ ਕਰਨੀਆਂ ਪੈਣਗੀਆਂ। ਸਾਨੂੰ ਓਪਨ ਮਾਈਂਡਡ ਹੋ ਕੇ ਫਰੀडम ਆਫ ਸਪੀਚ, ਲੋਕਾਂ ਨੂੰ ਜਿਹੜਾ ਬੋਲਣ ਦਾ ਹੱਕ ਵੀ ਦੇਣਾ ਪਏਗਾ ਤੇ ਸੱਚਾਈ ਸੁਣਨ ਲਈ ਵੀ ਤਿਆਰ ਰਹਿਣਾ ਪਏਗਾ, ਤਾਂ ਕਿ ਜਿਹੜੀ ਸਾਡੇ ਅੰਦਰ ਇਨੋਵੇਸ਼ਨ ਵਾਪਰ ਸਕੇ। ਇਸੇ ਤਰ੍ਹਾਂ ਸਾਨੂੰ ਅਸਲ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਉੱਤੇ ਕੰਟਰੋਲ ਕਰਨ ਲਈ ਗੁਰੂ ਸਾਹਿਬ ਜੀ ਦੀ ਆਈਡੀਓਲੋਜੀ ਨੂੰ ਇੱਕ ਇੱਕ ਸ਼ਬਦ ਨੂੰ ਸਮਝ ਕੇ ਉਹਦੇ ਮੁਤਾਬਕ ਉਹਦੀ ਕਮਾਈ ਕਰਨੀ ਪਏਗੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿ ਰਹੇ ਨੇ ਵੀ ਇਹ ਬੜਾ ਵੱਡਾ ਸਮੁੰਦਰ ਹੈ, ਇਹਦੀ ਸਿਵੀਅਰਿਟੀ ਹੈ ਬੰਦੇ ਦੇ ਅੰਦਰ ਦੀਆਂ ਪ੍ਰੋਬਲਮਸ। ਤੇ ਅਸਲ ਦੇ ਵਿੱਚ ਇਹ ਜੇ ਕੋ ਬਚਨ ਕਮਾਵੈ ਸੰਤਨ ਕਾ, ਜੇ ਸੰਤਾਂ ਦਾ ਕੋਈ ਬੰਦਾ ਵਚਨ ਕਮਾ ਲਏ, ਅਸਲ ਦੇ ਵਿੱਚ ਗੁਰੂ ਸਾਹਿਬ ਜੀ ਦਾ ਵਚਨ ਕਮਾ ਲਏ, ਸੋ ਗੁਰ ਪ੍ਰਸਾਦੀ ਤਰੀਐ, ਉਹ ਗੁਰੂ ਦੀ ਕਿਰਪਾ ਦੇ ਨਾਲ ਇਸ ਰਾਹ ਦੇ ਉੱਤੇ ਤਰ ਕੇ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਨੂੰ ਤਰ ਲਏਗਾ। ਫਿਰ ਗੁਰੂ ਸਾਹਿਬ ਜੀ ਨੇ ਆਰੰਭਤਾ ਕੀਤੀ ਇਸ ਮਹਾਨ ਹੁਕਮਨਾਮੇ ਦੀ। ਹਜ਼ੂਰ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸੈ। ਕਰਮ ਦਾ ਮਤਲਬ ਹੁੰਦਾ ਰਿਚੁਅਲ, ਕਰਮ ਕਾਂਡ। ਧਰਮ ਦਾ ਮਤਲਬ ਹੈ ਧਰਮ ਦੇ ਨਾਂ ਦੇ ਉੱਤੇ ਕੀਤੇ ਹੋਏ ਰਿਚੁਅਲਸ। ਜਿਵੇਂ ਬੰਦੇ ਨੂੰ ਅੰਦਰੋਂ ਵਿਕਾਰਾਂ ਦੀ ਮੈਲ ਲੱਗਦੀ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਜੋ ਪਹਿਲੀ ਪੰਕਤੀ ਦੇ ਅੰਦਰ ਹੀ ਬਿਆਨ ਕੀਤਾ ਨਾ, ਸਮਝ ਲਓ ਇੱਕ ਰਿਚੁਅਲ ਹੈ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਵੀ ਪਾਪ ਕਰੇ ਪੰਚਾਂ ਕੇ ਵਸ ਰੇ। ਬੰਦਾ ਪੰਜਾਂ ਵਿਕਾਰਾਂ ਦੇ ਵਸ ਹੋ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਹੋ ਕੇ ਪਾਪ ਕਰਦਾ।
ਕਿਸੇ ਦੀ ਇੱਜ਼ਤ ਆਬਰੂ ਵਾਸਤੇ ਬੁਰਾ ਸੋਚਦਾ ਤੇ ਜੇ ਮੌਕਾ ਬਣੇ ਤੇ ਉਹ ਕਰ ਵੀ ਲੈਂਦਾ। ਇਸੇ ਤਰ੍ਹਾਂ ਕ੍ਰੋਧਵਸ਼ ਹੋ ਕੇ ਕਿਸੇ ਦਾ ਬੁਰਾ ਸੋਚਦਾ ਤੇ ਜੇ ਦਾ ਲੱਗੇ ਤੇ ਉਹ ਵਾਇਲੈਂਸ ਦੇ ਵਿੱਚ ਕਿਸੇ ਦਾ ਦਿਲ ਵੀ ਦੁਖਾਉਂਦਾ ਤੇ ਕਿਸੇ ਤੇ ਅਟੈਕ ਵੀ ਕਰ ਦਿੰਦਾ। ਲੋਭ ਦੇ ਵਿੱਚ ਆ ਕੇ ਕਿਸੇ ਨੂੰ ਲੁੱਟ ਵੀ ਲੈਂਦਾ ਤੇ ਅਸਲ ਦੇ ਵਿੱਚ ਚੋਰੀ ਡਾਕਾ ਆਦਿਕ ਵੀ ਉਹਦੀ ਜ਼ਿੰਦਗੀ ਦਾ ਹਿੱਸਾ ਬਣਿਆ ਹੋਇਆ। ਇਸੇ ਤਰ੍ਹਾਂ ਮੋਹ ਦੇ ਵਿੱਚ ਆ ਕੇ ਉਹਦੇ ਅੰਦਰ ਜਸਟਿਸ ਨਹੀਂ ਹੈ ਤੇ ਅਸਲ ਦੇ ਵਿੱਚ ਹੰਕਾਰ ਦੇ ਵਿੱਚ ਆ ਕੇ ਉਹ ਦੂਜਿਆਂ ਨੂੰ ਨੀਵਾਂ ਠਹਿਰਾਉਂਦਾ ਰਹਿੰਦਾ, ਨਫ਼ਰਤ ਦਾ ਸ਼ਿਕਾਰ ਹੈ ਇਹੋ ਜਿਹੇ ਵਿਕਾਰਾਂ ਦਾ। ਤੇ ਉਹਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਬੰਦਾ ਜਿੰਨਾ ਮਰਜ਼ੀ ਦੁਨੀਆ ਦੇ ਅੰਦਰ ਪਾਪ ਕਰੇ ਨਾ, ਇੱਕ ਵਾਰੀ ਗੰਗਾ ਮਈਆ ਦੇ ਵਿੱਚ ਜਾਂ ਫਲਾਣੀ ਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰ ਲਏ, ਉਹਦੇ ਪਾਪ ਉਤਰ ਜਾਂਦੇ ਨੇ। ਗੁਰੂ ਸਾਹਿਬ ਜੀ ਨੇ ਕਿਹਾ ਵੀ ਇਸ ਤਰ੍ਹਾਂ ਨਹੀਂ ਉਤਰਦੇ। ਸੋਚਿਆ ਸੋਚ ਨਾ ਹੋਵਈ, ਬੰਦੇ ਦੇ ਸਰੀਰ ਨੂੰ ਨਹਾਉਣ ਦੇ ਨਾਲ, ਸੁੱਚਾ ਕਰਨ ਦੇ ਨਾਲ, ਸੋਚ ਨਾ ਹੋਵਈ, ਮਨ ਦੀਆਂ ਬੁਰੀਆਂ ਵਿਚਾਰਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਜੇ ਸੋਚੀ ਲੱਖ ਵਾਰ, ਬੰਦਾ ਲੱਖਾਂ ਵਾਰੀ ਵੀ ਇਸ਼ਨਾਨ ਕਰ ਲਏ। ਇਹਦੀ ਜਿਹੜੀ ਪ੍ਰਤੱਖ ਤੌਰ ਤੇ ਐਗਜ਼ਾਮਪਲ ਲੈਣੀ ਹੋਵੇ ਨਾ, ਸਾਰੇ ਦੇਸ਼ਾਂ ਦੇ ਵਿੱਚ ਲੋਕ ਕ੍ਰਾਈਮ ਕਰਦੇ ਨੇ, ਜੇਲ੍ਹਾਂ ਭਰੀਆਂ ਪਈਆਂ, ਤੁਸੀਂ ਜਾ ਕੇ ਵੇਖੋ ਲੱਖਾਂ ਦੇ ਹਿਸਾਬ ਦੇ ਨਾਲ। ਜੇ ਕਿਸੇ ਧਾਰਮਿਕ ਸਥਾਨ ਦੇ ਉੱਤੇ ਕੇਵਲ ਇਸ਼ਨਾਨ ਕਰਨ ਦੇ ਨਾਲ ਬੰਦੇ ਦੀ ਸੋਚ ਬਦਲਦੀ ਹੁੰਦੀ ਤੇ ਫਿਰ ਸਰਕਾਰਾਂ ਨੂੰ ਕਰੋੜਾਂ ਰੁਪਇਆ ਖਰਚਣ ਦੀ ਲੋੜ ਹੀ ਨਹੀਂ ਸੀ, ਕਿਉਂਕਿ ਬਹੁਤ ਸਾਰੇ ਕ੍ਰਾਈਮ ਤੇ ਇਹੋ ਜਿਹੇ ਨੇ ਬੰਦੇ ਨੂੰ ਮੇਨ ਸਟ੍ਰੀਮਸ ਦੇ ਵਿੱਚ ਲਿਆਉਣ ਦੇ ਲਈ ਜੇਲ੍ਹਾਂ ਨੂੰ ਸੁਧਾਰ ਘਰ ਵੀ ਕਈ ਵਾਰੀ ਕਿਹਾ ਜਾਂਦਾ ਤੇ ਇਹ ਉਹਨਾਂ ਨੂੰ ਫਿਰ ਸਾਰੇ ਕ੍ਰਿਮੀਨਲ ਲੋਕਾਂ ਨੂੰ ਇੱਕ ਇੱਕ ਵਾਰੀ ਉੱਥੋਂ ਇਸ਼ਨਾਨ ਕਰਾ ਦਈਏ ਤੇ ਵੀ ਕਹੀਏ ਵੀ ਵੇਖੋ ਇਹਨਾਂ ਦਾ ਪਿਛਲੇ ਜਿਹੜੇ ਪਾਪ ਸੀ ਉਹ ਵੀ ਉਤਰ ਗਏ ਨੇ। ਇਸ ਤਰ੍ਹਾਂ ਸੁਸਾਇਟੀ ਨੂੰ ਰਨ ਨਹੀਂ ਕੀਤਾ ਜਾ ਸਕਦਾ। ਛੋਟੀ ਜੀ ਥੋੜੀ ਜੀ ਐਗਜ਼ਾਮਪਲ ਤੁਹਾਡੇ ਸਾਹਮਣੇ, ਆ 13ਵੀਂ 14ਵੀਂ ਸਦੀ ਦੇ ਵਿੱਚ ਨਾ ਵੈਸਟ ਦੇ ਵਿੱਚ ਪੋਪ ਨੇ ਗੱਲ ਕਹੀ ਸੀ ਵੀ ਬੰਦਾ ਜਿੰਨੇ ਮਰਜ਼ੀ ਕ੍ਰਾਈਮ ਕਰੇ ਤੇ ਕੁਝ ਡਾਲਰਸ ਦੇ ਕੇ ਜਿਹੜੇ ਪੋਪ ਕੋਲੋਂ ਸਾਰੇ ਗੁਨਾਹਾਂ ਦੀ ਮਾਫੀ ਦਾ ਇੱਕ ਮਾਫੀਨਾਮਾ ਲੈ ਲੈ ਤੇ ਰੱਬ ਦੇ ਦਰਬਾਰ ਦੇ ਵਿੱਚ, ਸਵਰਗ ਦੇ ਵਿੱਚ ਵੀ ਉਹਦੇ ਕੀਤੇ ਹੋਏ ਗੁਨਾਹਾਂ ਬਾਰੇ ਨਹੀਂ ਪੁੱਛਿਆ ਜਾਏਗਾ। ਉਹਨਾਂ ਨੇ ਲਗਾਤਾਰ ਇਹੋ ਜਿਹੇ ਮਾਫੀਨਾਮੇ ਜਿਹੜੇ ਵੇਚਣੇ ਸ਼ੁਰੂ ਕੀਤੇ ਔਰ ਇਹ ਹਰ ਮਜ਼ਹਬ ਦੇ ਵਿੱਚ ਪ੍ਰੈਕਟਿਸ ਹੈ ਕਿਸੇ ਨਾ ਕਿਸੇ ਰੂਪ 'ਚ, ਬਸ ਰੂਪ ਬਦਲਿਆ ਹੋ ਸਕਦਾ। ਬੰਦਾ ਗੁਨਾਹ ਕਰਦਾ ਤੇ ਕਈ ਵਾਰੀ ਧਾਰਮਿਕ ਸਥਾਨ ਦੇ ਉੱਤੇ ਆ ਕੇ ਕਿਸੇ ਨਾਲ ਧੱਕਾ ਕਰਕੇ ਬੰਦਾ ਕਹੇ ਨਾ ਮੈਂ ਅਰਦਾਸ ਕਰ ਲਈਏ ਤੇ ਬੰਦਾ ਕਹੇ ਜੀ ਵੇਖੋ ਜੀ ਮੈਂ ਹੁਣ ਪਾਪ ਆਪਣਾ ਬਖਸ਼ਾ ਲਿਆ। ਇਸ ਤਰ੍ਹਾਂ ਨਹੀਂ ਵਾਪਰਦਾ। ਇਹਦਾ ਮਤਲਬ ਇਹ ਵੇ ਜਿਵੇਂ ਬੰਦਾ ਬਾਹਰ ਬੁਰੇ ਕੰਮ ਕਰੇ, ਬਾਹਰ ਗੁਰੂ ਸਾਹਿਬ ਜੀ ਦੇ ਕੋਲ ਆਏ, ਗੁਰੂ ਗ੍ਰੰਥ ਸਾਹਿਬ ਜੀ ਕੋਲ ਅਰਦਾਸ ਕਰੇ ਤੇ ਵੀ ਮੇਰੇ ਗੁਨਾਹ ਬਖਸ਼ ਦਿਓ ਤੇ ਉਸ ਤੋਂ ਬਾਅਦ ਆਪ ਹੀ ਬੰਦਾ ਮੰਨ ਲਏ ਵੀ ਵੇਖੋ ਜੀ ਮੈਂ ਤੇ ਰੱਬ ਕੋਲੋਂ ਭੁੱਲ ਬਖਸ਼ਾ ਲਈ ਸੀ, ਹੁਣ ਤੇ ਬਖਸ਼ੀ ਗਈ ਹੋਏਗੀ। ਇਹਦਾ ਮਤਲਬ ਬੰਦਾ ਜਿਹੜਾ ਕ੍ਰਾਈਮ ਵੀ ਆਪ ਕਰ ਰਿਹਾ, ਆਪਣਾ ਐਡਵੋਕੇਟ ਵੀ ਆਪ ਬਣ ਰਿਹਾ ਤੇ ਜੱਜ ਵੀ ਆਪ ਬਣ ਕੇ ਆਪਣੇ ਹੱਕ ਦੇ ਵਿੱਚ ਫੈਸਲਾ ਵੀ ਆਪ ਹੀ ਦੇ ਰਿਹਾ ਕਿ ਅਸਲ ਦੇ ਵਿੱਚ ਮੈਂ ਪਾਪ ਜਿਹੜੇ ਬਖਸ਼ਾ ਲਏ ਨੇ। ਤੇ ਇਸ ਤਰ੍ਹਾਂ ਕਰਨ ਦੇ ਨਾਲ ਬੰਦੇ ਦੀ ਬਿਰਤੀ ਨਹੀਂ ਬਦਲਦੀ। ਸੇਮ ਇਸੇ ਤਰ੍ਹਾਂ ਜੇ ਦੂਜਿਆਂ ਦੇ ਨਾਲ ਵਾਪਰ ਜਾਏ, ਜਿਹੜੇ ਲੋਕ ਕ੍ਰਾਈਮ ਕਰਦੇ ਨੇ ਜਾਂ ਪਾਪ ਕਰਦੇ ਨੇ, ਜੇਲ੍ਹਾਂ ਦੇ ਵਿੱਚ ਨੇ, ਤੇ ਉਹਨਾਂ ਨੂੰ ਇਹ ਮੰਨ ਲਿਆ ਜਾਏ ਕਿ ਇਹ ਅਸਲ ਦੇ ਵਿੱਚ ਵੇਖੋ ਇਹਨਾਂ ਨੇ ਇਸ਼ਨਾਨ ਕਰ ਲਿਆ, ਹੁਣ ਇਹਨਾਂ ਨੂੰ ਬਾਹਰ ਛੱਡ ਦਿੱਤਾ ਜਾਏ ਕਿ ਉਹ ਅੱਗੇ ਤੋਂ ਕ੍ਰਾਈਮ ਨਹੀਂ ਕਰਨਗੇ। ਕਿਉਂਕਿ ਕ੍ਰਾਈਮ ਬੰਦੇ ਦੇ ਅੰਦਰ ਦੀਆਂ ਵਾਸ਼ਨਾਵਾਂ ਤੇ ਕੰਟਰੋਲ ਨਾ ਹੋਣ ਕਰਕੇ, ਕ੍ਰਿਮੀਨਲ ਬਿਰਤੀ ਹੋਣ ਕਰਕੇ ਹੁੰਦਾ। ਜਦੋਂ ਤੱਕ ਬੰਦਾ ਉਹਦੇ ਤੇ ਕੰਟਰੋਲ ਨਹੀਂ ਕਰਦਾ ਉਦੋਂ ਤੱਕ ਜਿਹੜੀ ਗੱਲ ਨਹੀਂ ਬਣ ਸਕਦੀ। ਇਸੇ ਤਰ੍ਹਾਂ ਪੋਪ ਨੇ ਵੀ ਜਦੋਂ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਫੀਨਾਮੇ ਵੰਡਣੇ ਸ਼ੁਰੂ ਕਰ ਦਿੱਤੇ, ਲੋਕਾਂ ਨੂੰ ਕਿਹਾ ਜਿਹੜੇ ਗੁਨਾਹਾਂ ਦੀ ਮਾਫੀ ਦਾ ਲੈਟਰ ਮੇਰੇ ਕੋਲੋਂ ਖਰੀਦੋ, ਤੇ ਉਹਨਾਂ ਨੇ ਬੰਦ ਉਦੋਂ ਕੀਤਾ ਜਾ ਕੇ ਜਦੋਂ ਕੁਝ ਲੋਕਾਂ ਦੀ ਪਾਦਰੀਆਂ ਦੇ ਨਾਲ ਲੱਗਦੀ ਸੀ ਤੇ ਉਹਨਾਂ ਨੇ ਮਾਫੀਨਾਮਾ ਪਹਿਲਾਂ ਲੈ ਲਿਆ ਤੇ ਉਸ ਤੋਂ ਬਾਅਦ ਪਾਦਰੀਆਂ ਨੂੰ ਕਤਲ ਕਰ ਦਿੱਤਾ। ਤੇ ਜਦੋਂ ਅਦਾਲਤ ਦੇ ਵਿੱਚ, ਕਿਉਂਕਿ ਉਦੋਂ ਰਾਜਿਆਂ ਨਾਲੋਂ ਵੀ ਜ਼ਿਆਦਾ ਪਾਵਰ ਸੀ ਜਿਹੜੀ ਧਰਮ ਦੇ ਕੋਲ, ਤੇ ਇਸ ਕਰਕੇ ਰਾਜੇ ਵੀ ਉਹਨਾਂ ਦੇ ਸਾਹਮਣੇ ਨਹੀਂ ਸੀ ਬੋਲਦੇ। ਇਸ ਕਰਕੇ ਉਸ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਦੇ ਅੰਦਰ
ਜਿਹੜਾ ਕਿਹਾ ਨਾ, ਕਲ ਕਾਤੀ ਰਾਜੇ ਕਸਾਈ ਧਰਮ ਪੰਕੜ ਉੜ ਰਿਹਾ, ਵੀ ਕਲਯੁਗੀ ਸੁਭਾਅ ਕਰਕੇ ਰਾਜੇ ਵੀ ਕਸਾਈ ਨੇ ਤੇ ਧਾਰਮਿਕ ਲੋਕਾਂ ਦੇ ਅੰਦਰੋਂ ਧਰਮ ਵੀ ਪੰਖ ਲਾ ਕੇ ਉੱਡ ਗਿਆ। ਜਿਵੇਂ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਤੇ ਅਸਲ ਦੇ ਵਿੱਚ ਉਹ ਧੁੰਦ ਹੈ ਜਿਹਨੂੰ ਉਹ ਧੁੰਦ ਕਹਿ ਰਹੇ ਨੇ। ਇਸ ਤਰ੍ਹਾਂ ਵੈਸਟਰਨ ਵਰਲਡ ਕਹਿੰਦਾ ਵੀ ਉਹ ਡਾਰਕ ਏਜ ਸੀ ਜਦੋਂ ਧਰਮ ਦੀ ਪਾਵਰ। ਅੱਜ ਵੀ ਲੋਕ ਕਈ ਵਾਰੀ ਕਹਿੰਦੇ ਨੇ ਧਰਮ ਜਿਹੜਾ ਉਹ ਉੱਤੇ ਹੋਣਾ ਚਾਹੀਦਾ ਹੈ ਤੇ ਰਾਜਨੀਤੀ ਉਹਦੇ ਹੇਠਾਂ ਹੋਣੀ ਚਾਹੀਦੀ। ਕਹਿਣ ਦਾ ਮਤਲਬ ਸੁਪੀਰੀਅਰਿਟੀ ਧਰਮ ਦੀ ਹੋਣੀ ਚਾਹੀਦੀ, ਧਰਮ ਦੀ ਅਗਵਾਈ 'ਚ ਹੋਣੀ ਚਾਹੀਦੀ। ਪਰ ਇਹਦਾ ਮਤਲਬ ਇਹ ਨਹੀਂ ਵੀ ਥਿਓਕ੍ਰੇਸੀ ਆਏ, ਵੀ ਧਾਰਮਿਕ ਲੋਕਾਂ ਕੋਲ। ਅਸਲ ਦੇ ਵਿੱਚ ਧਰਮ ਦੇ ਅਸੂਲਾਂ ਦੇ ਮੁਤਾਬਕ ਪ੍ਰਬੰਧ ਹੋਣਾ ਚਾਹੀਦਾ, ਕਿਉਂਕਿ ਬੰਦਾ ਤੇ ਹਰ ਥਾਂ ਤੇ ਜਿਹੜਾ ਬੇਈਮਾਨ ਹੋ ਸਕਦਾ। ਕਈ ਰਾਜਨੀਤਿਕ ਲੋਕ ਠੀਕ ਹੋ ਸਕਦੇ ਨੇ, ਕਈ ਧਾਰਮਿਕ ਲੋਕ ਲੁਟੇਰੇ ਹੋ ਸਕਦੇ ਨੇ, ਆਮ ਸੁਸਾਇਟੀ ਦੇ ਬੰਦੇ ਠੀਕ ਹੋ ਸਕਦੇ ਨੇ, ਕੁਝ ਲੋਕ ਗੁੱਡ ਤੇ ਬੈਡ ਹਰ ਥਾਂ ਦੇ ਉੱਤੇ ਹੁੰਦੇ ਨੇ। ਇਸ ਕਰਕੇ ਉਸ ਏਜ ਨੂੰ ਜਦੋਂ ਥਿਓਕ੍ਰੇਸੀ ਸੀ ਜਾਂ ਹਿੰਦੁਸਤਾਨ ਦੇ ਵਿੱਚ ਵੀ ਧਾਰਮਿਕ ਸੱਤਾ ਖਾਸ ਕਰਕੇ ਧਾਰਮਿਕ ਲੋਕਾਂ ਦੇ ਹੱਥ ਸੀ, ਬ੍ਰਾਹਮਣ ਜਾਂ ਕਾਜ਼ੀ ਲੋਕ ਫੈਸਲੇ ਕਰਦੇ ਸੀ, ਉਹ ਵੀ ਸਮਾਂ ਬਹੁਤ ਬੁਰਾ ਸਮਾਂ ਸੀ ਹਿਊਮੈਨਿਟੀ ਦੇ ਲਈ। ਕਿਉਂਕਿ ਬੰਦਾ ਆਖਿਰ ਲਾਲਚੀ ਹੈ ਨਾ, ਤੇ ਬਾਹਰੋਂ ਧਰਮ ਦੇ ਕਰਮਕਾਂਡ ਕਰਦਾ, ਅੰਦਰੋਂ ਧਰਮੀ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜਿਹੜਾ ਜ਼ਿਕਰ ਕੀਤਾ ਨਾ, ਵੀ ਧਰਮ ਕਰਮ ਪਾਖੰਡ ਜੋ ਦੀਸਾਂ ਤਿਨ ਜਮ ਜਾਗਾਤੀ ਲੂਟਾ, ਤੇ ਉੱਥੇ ਇਹ ਵਿਚਾਰ ਦਿੱਤਾ ਗਿਆ ਸੀ ਵੀ ਇੱਕ ਵਾਰੀ ਕਿਸੇ ਖਾਸ ਸਥਾਨ ਤੇ ਗੰਗਾ ਮਈਆ ਦੇ ਵਿੱਚ ਜਾ ਕੇ ਇਸ਼ਨਾਨ ਕਰ ਲਓ, ਹਰਿਦੁਆਰ ਕਰ ਲਓ, ਹੋਰ ਕਿਸੇ ਥਾਂ ਤੇ ਬੰਦੇ ਦੇ ਪਿਛਲੇ ਪਾਪ ਉਤਰ ਗਏ। ਤੇ ਗੁਰੂ ਸਾਹਿਬ ਜੀ ਨੇ ਕਿਹਾ, ਪਾਪ ਕਰੈ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੈ ਸਭ ਉਤਰੇ। ਉਹ ਸਮਝ ਲੈਂਦਾ ਆਪਣੇ ਆਪ ਵਿੱਚ ਉਤਰ ਗਏ ਨੇ। ਬਹੁਰ ਕਮਾਵੈ ਹੋਏ ਨਿਸੰਗ, ਤੇ ਬੰਦਾ ਅੱਗੇ ਤੋਂ ਸੁਧਰਦਾ ਨਹੀਂ। ਤੇ ਸੱਚ ਵੀ ਕੋਈ ਵੀ ਇਹੋ ਜਿਹਾ ਨਾ ਪਾਣੀ ਤੇ ਕੈਮੀਕਲ ਇਹੋ ਜਿਹਾ ਬਣਿਆ ਵੀ ਜਿਹਦੇ ਚੋਂ ਬੰਦੇ ਨੂੰ ਕਿਸੇ ਖਾਸ ਥਾਂ ਤੇ ਇਸ਼ਨਾਨ ਕਰਵਾਇਆ ਜਾਏ ਤੇ ਉਸ ਤੋਂ ਬਾਅਦ ਉਹਦਾ ਜੀਵਨ ਬਦਲ ਜਾਏ, ਉਹਦਾ ਜਿਹੜਾ ਕ੍ਰਾਈਮ ਕਰਨ ਦੀ ਬਿਰਤੀ ਬਦਲ ਜਾਏ। ਜਿਸ ਤਰ੍ਹਾਂ ਹੁੰਦਾ ਯੂਕਰੇਨ ਦਾ ਵਾਰ ਹੈ ਨਾ, ਹਜ਼ਾਰਾਂ ਬੰਦੇ ਮਰ ਰਹੇ ਨੇ, ਤੇ ਕਿਸੇ ਥਾਂ ਦੇ ਉੱਤੇ ਪੁਤਿਨ ਨੂੰ ਜਾ ਕੇ ਕੋਈ ਬੰਦਾ ਇਸ਼ਨਾਨ ਕਰਾ ਦਿੰਦਾ, ਜਾਂ ਨਿਤਨਯਾਹੂ ਨੂੰ ਜਾਂ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਦੁਨੀਆ ਦੇ ਉੱਤੇ ਬਹੁਤ ਜ਼ੁਲਮ ਹੋ ਰਿਹਾ, ਤੁਸੀਂ ਫਲਾਣੀ ਥਾਂ ਤੇ ਇਸ਼ਨਾਨ ਕਰੋ ਧਾਰਮਿਕ ਸਥਾਨ ਤੇ ਤੁਹਾਡੇ ਅੰਦਰ ਦਾ ਵਾਇਲੈਂਸ ਜਿਹੜਾ ਪਰਉਪਕਾਰ 'ਚ ਬਦਲ ਜਾਏਗਾ। ਇਸ ਤਰ੍ਹਾਂ ਨਹੀਂ ਬਦਲਦਾ ਹੁੰਦਾ, ਨਾ ਕ੍ਰਿਮੀਨਲ ਲੋਕ ਬਦਲਦੇ ਨੇ। ਤੇ ਇਸ ਕਰਕੇ ਸੁਸਾਇਟੀ ਨੂੰ ਵੀ ਇਸ ਤਰ੍ਹਾਂ ਰਨ ਨਹੀਂ ਕੀਤਾ ਜਾ ਸਕਦਾ। ਤੇ ਗੁਰੂ ਸਾਹਿਬ ਜੀ ਨੇ ਵੀ ਬਾਣੀ ਦੇ ਅੰਦਰ ਬੜੇ ਪ੍ਰੈਕਟੀਕਲ ਗੱਲਾਂ ਕੀਤੀਆਂ ਵੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਦੇ ਵਿਚਾਰਾਂ ਨੂੰ ਬਦਲੋ। ਜਿਹੜਾ ਸਾਗਰ ਹੈ, ਜਿਹੜੇ ਸਮੁੰਦਰ ਦੇ ਅੰਦਰ ਜਿਹੜਾ ਬੰਦਾ ਗਰਕਿਆ ਹੋਇਆ ਉਹ ਹੈ ਵਾਇਲੈਂਸ, ਦੂਜਿਆਂ ਦੇ ਪ੍ਰਤੀ ਨਫ਼ਰਤ, ਦੂਜਿਆਂ ਨੂੰ ਤਬਾਹ ਕਰਨ ਦੀ ਭਾਵਨਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਅੱਜ ਦੇ ਰਹਾਉ ਦੀਆਂ ਤੁਕਾਂ ਦੇ ਵਿੱਚ ਜ਼ਿਕਰ ਕੀਤਾ, ਸੰਤੋ ਸਾਗਰ ਪਾਰ ਉਤਾਰਿਆ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਗੁਰੂ ਦੀ ਕਿਰਪਾ ਨਾਲ ਉਹਨੇ ਤਰਨਾ ਹੈ। ਪਰ ਜੇ ਤਰਨ ਦੇ ਲਈ ਕੋਈ ਬੰਦਾ ਪਖੰਡ ਕਰਦਾ, ਕਰਮ ਧਰਮ ਪਖੰਡ ਜੋ ਦੀਸੈ, ਧਰਮ ਦੇ ਬੰਦਾ ਯਾਤਰਾਵਾਂ ਧਾਰਮਿਕ ਸਥਾਨਾਂ ਦੇ ਉੱਤੇ ਨੰਗੇ ਪੈਰੀ ਕਰ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬੜੇ ਕਮਾਲ ਦੇ ਲਫ਼ਜ਼ਾਂ ਦੇ ਵਿੱਚ, ਖੂਕ ਮਲ ਹਾਰੀ ਗਜ ਗਦਹਾ ਵਿਭੂਤ ਧਾਰੀ, ਗਿਦੂਆ ਮਸਾਨ ਬਾਸ ਕਰਿਓ ਹੀ ਕਰਤ ਹੈ। ਹਿੰਦੁਸਤਾਨ ਦੇ ਲੋਕ ਸਨ ਅੰਦਰ ਦੀ ਸਾਧਨਾ ਦੇ ਲਈ ਇਹ ਕਹਿੰਦੇ ਸੀ, ਅਸਲ ਦੇ ਵਿੱਚ ਆ ਘੋਰੀ ਮੱਤ ਵਾਲੇ ਘਰ-ਬਾਰ ਨੂੰ ਤਿਆਗ ਜਾਓ, ਜੰਗਲਾਂ ਦੇ ਵਿੱਚ ਚਲੇ ਜਾਓ, ਉੱਥੇ ਸਰੀਰ ਨੂੰ ਖਾਣ ਵਾਸਤੇ ਚੰਗਾ ਨਾ ਦਿਓ। ਤੇ ਇੱਥੋਂ ਤੱਕ ਵੀ ਗੰਦਮੰਦ ਖਾਣ ਨੂੰ, ਅੱਜ ਵੀ ਹੁਣ ਤਾਂ ਮੀਡੀਆ ਬੜਾ ਸਟਰੋਂਗ ਹੈ, ਕਿਧਰੇ YouTube ਤੁਸੀਂ ਚੈਨਲ ਖੋਲ੍ਹ ਕੇ ਵੇਖੋ ਉਹਨਾਂ ਮੱਤਾਂ ਦੀ ਗੱਲ, ਮਲ ਮੂਤਰ ਖਾਣ ਨੂੰ ਵੀ ਉਹ ਰੱਬ ਦੀ ਭਗਤੀ ਕਰਾਰ ਦਿੰਦੇ ਨੇ ਵੀ ਇਹਦੇ ਨਾਲ ਮਨ ਕੰਟਰੋਲ 'ਚ ਹੋ ਜਾਂਦਾ। ਤੇ ਹਜ਼ੂਰ ਕਹਿੰਦੇ ਨੇ ਜੇ ਇਸ ਤਰ੍ਹਾਂ ਹੁੰਦਾ ਹੋਵੇ, ਵਾਪਰਦਾ ਹੋਵੇ ਕਰਮ ਕਰਨ ਦੇ ਨਾਲ, ਤੇ ਫਿਰ ਜਿਹੜਾ ਸੂਰ ਹੈ ਉਹਦਾ ਤੇ ਡਾਈਨਿੰਗ ਟੇਬਲ ਹੀ ਸ਼ਹਿਰ ਦਾ ਗੰਦਾ ਨਾਲਾ ਹੁੰਦਾ। ਤੇ ਇਸ ਤਰ੍ਹਾਂ ਹੋਰ ਖੂਕ ਮਲ ਹਾਰੀ ਗਜ ਗਦਹਾ ਵਿਭੂਤ ਧਾਰੀ, ਪਿੰਡੇ ਤੇ ਸਵਾਹ ਮਲ ਲੈਣੀ ਇਹ ਕਰਮ ਕਰਦੇ ਸਨ ਵੀ ਇਹਦੇ ਨਾਲ ਬੰਦੇ ਨੂੰ ਅਹਿਸਾਸ ਰਹਿੰਦਾ ਹੈ ਵੀ ਦੁਨੀਆ ਨੂੰ ਛੱਡ ਕੇ ਚਲੇ ਜਾਣਾ, ਵੀ ਦੁਨੀਆ ਪਰਮਾਨੈਂਟਲੀ ਨਹੀਂ।
ਪਰ ਹਜ਼ੂਰ ਨੇ ਜ਼ਿਕਰ ਕੀਤਾ ਇਸ ਤਰ੍ਹਾਂ ਤਾਂ ਗਧਾ ਵੀ ਧੂੜ ਦੇ ਵਿੱਚ ਲੇਟ ਲੈਂਦਾ, ਹਾਥੀ ਵੀ ਜਿਹੜਾ ਨਹਾਉਣ ਤੋਂ ਬਾਅਦ ਉਸੇ ਸਮੇਂ ਆਪਣੇ ਉੱਤੇ ਧੂੜ ਪਾ ਲੈਂਦਾ, ਉਹਨੂੰ ਕਿਉਂ ਨਹੀਂ ਕੋਈ ਪ੍ਰਾਪਤੀ ਹੋ ਗਈ। ਖੂਕ ਮਲ ਹਾਰੀ ਗੱਜ ਗਧਾ ਵਿਭੂਤ ਤਾਰੀ ਗਿੱਦੂਆ ਮਸਾਨ ਬਾਸ ਕਰਿਓ ਹੀ ਕਰਤ ਹੈ, ਘੁੱਗੂ ਮਟ ਬਾਸੀ ਲੱਗੇ ਡੋਲਤ ਉਦਾਸੀ ਮਿਰਗ ਤਰਵਰ ਸਦੀ ਮੋਨ ਸਾਧੇ ਹੀ ਮਰਤ ਹੈ। ਹਜ਼ੂਰ ਨੇ ਜ਼ਿਕਰ ਕੀਤਾ ਕੁਝ ਲੋਕ ਕਹਿੰਦੇ ਸੀ ਸ਼ਮਸ਼ਾਨ ਘਾਟ ਦੇ ਵਿੱਚ ਬਹਿ ਕੇ ਨਾ ਫਲਾਣੇ ਬੰਦੇ ਨੇ ਚਲੀਸੇ ਕੱਟੇ ਨੇ, ਉਹਨੂੰ ਬੜੀਆਂ ਕਰਾਮਾਤਾਂ ਮਿਲ ਗਈਆਂ। ਤੇ ਹਜ਼ੂਰ ਕਹਿੰਦੇ ਨੇ ਗਿੱਦੜ ਵਰਗੇ ਜਾਨਵਰ ਤਾਂ ਰਹਿੰਦੇ ਹੀ ਉੱਥੇ ਨੇ, ਉਹਨਾਂ ਨੂੰ ਕਿਉਂ ਨਹੀਂ ਪ੍ਰਾਪਤ ਹੋ ਗਈ। ਫਿਰ ਹਜ਼ੂਰ ਨੇ ਅਗਲੀ ਗੱਲ ਜਿਹੜੀ ਜ਼ਿਕਰ ਕੀਤਾ, ਬਿੰਦ ਕੇ ਸਦਈਆ ਤਾਹੇ ਹੀਜ ਕੀ ਬੜਈਆ ਦੇਤ ਬੰਦਰਾ ਸਦੀਪ ਪਾਏ ਨਾਂਗੇ ਹੀ ਫਿਰਤ ਹੈ। ਕੁਝ ਲੋਕ ਕਹਿੰਦੇ ਸੀ ਵਿਆਹ ਨਾ ਕਰਾਉਣ ਦੇ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੈ। ਤਾਂ ਗੁਰਬਾਣੀ ਨੇ ਬੜੇ ਸਟੇਟ ਫਾਰਵਰਡ ਲੈਂਗੁਏਜ ਦੇ ਵਿੱਚ ਬਾਬਾ ਕਬੀਰ ਜੀ ਕਹਿੰਦੇ ਨੇ, ਬਿੰਦ ਰਾਖ ਜੋ ਤਰੀਆ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ, ਵੀ ਉਹਨਾਂ ਨੂੰ ਕਿਉਂ ਨਹੀਂ ਰੱਬ ਦੀ ਜਿਹੜੀ ਪਰਮ ਗਤੀ ਦੀ ਪ੍ਰਾਪਤੀ ਹੋ ਗਈ। ਇਸ ਕਰਕੇ ਹਜ਼ੂਰ ਨੇ ਜ਼ਿਕਰ ਕੀਤਾ ਬੰਦਰਾ ਸਦੀਪ ਪਾਏ ਨਾਂਗੇ ਹੀ ਫਿਰਤ ਹੈ, ਵੀ ਬਾਂਦਰ ਨੰਗੇ ਪੈਰੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀਨ ਇੱਕ ਗਿਆਨ ਕੇ ਬਹੀਨ ਸ਼ੀਨ ਕੈਸੇ ਕਹਿ ਤਰਤ ਹੈ, ਕਿ ਬੰਦਿਆ ਤੂੰ ਤੇ ਆਪਣੇ ਵਿਕਾਰਾਂ ਦੇ ਅਧੀਨ ਹੈ ਅੰਦਰੋਂ, ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸਿਆ ਹੋਇਆ ਹੈ। ਗੁਰੂ ਦੇ ਗਿਆਨ ਤੋਂ ਬਿਨਾਂ ਇਹ ਬਚਣ ਦੀ ਕਮਾਈ ਕਰਨ ਤੋਂ ਬਿਨਾਂ ਤੂੰ ਕਿਵੇਂ ਪਾਰ ਉਤਾਰਾ ਹੋ ਜਾਏਗਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦੀਸੈ, ਪਾਖੰਡ ਦਾ ਮਤਲਬ ਹੈ ਹਿਪੋਕ੍ਰੇਸੀ, ਵੀ ਅਸੀਂ ਆਪਣੇ ਆਪ ਨੂੰ ਸਿੱਖ ਤੇ ਸਮਝੀਏ ਪਰ ਅੰਦਰੋਂ ਗੁਰੂ ਦੀ ਗੱਲ ਕੋਈ ਨਾ ਮੰਨਦੇ ਹੋਈਏ। ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਕਹਿੰਦੇ ਕੀ ਨੇ। ਇਹਦਾ ਮਤਲਬ ਹੈ ਅਸਲ ਦੇ ਵਿੱਚ ਜਿਹੜਾ ਅੱਜ ਅਸੀਂ ਕਹਿੰਦੇ ਆ ਨਾ ਵੀ ਲੀਡਰ ਦਿਸਦੇ ਬਾਹਰੋਂ ਹੋਰ ਨੇ ਅੰਦਰੋਂ ਕੁਝ ਹੋਰ ਨੇ, ਧਰਮ ਦਾ ਵੇ ਦੁਨੀਆ ਦੇ ਵਿੱਚ ਬੜਾ ਧੋਖਾ ਹੈ। ਮਾਫ ਕਰਨਾ, ਕਿਸੇ ਨਾ ਕਿਸੇ ਥਾਂ ਦੇ ਉੱਤੇ ਆ ਕੇ ਹਰ ਬੰਦਾ ਹਿਪੋਕਰੇਟ ਬਣ ਜਾਂਦਾ। ਉਹ ਅੰਦਰੋਂ ਕੁਝ ਹੋਰ ਹੁੰਦਾ, ਬਾਹਰੋਂ ਕੁਝ ਹੋਰ ਹੋਣ ਦਾ ਪ੍ਰਟੈਂਡ ਕਰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਤਿੰਨ ਜਮ ਜਾਗਾਤੀ ਲੂਟਾ। ਇਹਨਾਂ ਨੂੰ ਜਮ ਜਾਗਾਤੀ ਦਾ ਮਤਲਬ ਟੈਕਸ ਲਾਉਣ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਿਹੜੇ ਟੈਕਸ ਨੇ ਅੰਦਰ ਦੀਆਂ ਬਿਰਤੀਆਂ, ਇਹਨਾਂ ਤੇ ਕੰਟਰੋਲ ਨਹੀਂ ਹੁੰਦਾ, ਇਹ ਲੁੱਟ ਲੈਂਦੇ ਨੇ। ਪਖੰਡ ਬਹੁਤੀ ਦੇਰ ਤੱਕ ਨਹੀਂ ਰਹਿੰਦਾ ਤੇ ਇੱਕ ਦਿਨ ਵਿਕਾਰਾਂ ਦੇ ਰੂਪ ਦੇ ਵਿੱਚ ਆਸਾ ਰਾਮ ਸੌਦਾ ਸਾਧ ਵਰਗੇ ਹੋਰ ਬੜੇ ਸਾਧ ਨੇ ਜਿਨ੍ਹਾਂ ਦਾ ਪਖੰਡ, ਕਿਉਂਕਿ ਅੰਦਰ ਤੇ ਵਾਸ਼ਨਾ ਦੇ ਵਿੱਚ ਬੰਦਾ ਗਰਸਿਆ ਹੋਇਆ, ਬਾਹਰੋਂ ਧਰਮ ਦਾ ਲਿਬਾਸ ਪਾ ਕੇ ਭਾਵੇਂ ਧੂਆਂ ਧਾਰ ਤਕਰੀਰ ਕਰਦਾ ਹੋਵੇ, ਧਰਮ 'ਚ ਵਿਚਰਦਾ ਹੋਵੇ, ਕਦੋਂ ਤੱਕ ਪਖੰਡ ਕਰੇਗਾ। ਇੱਕ ਨਾ ਇੱਕ ਦਿਨ ਤਾਂ ਜਮ ਜਗਾਤੀ ਉਹਨੂੰ ਪ੍ਰਗਟ ਕਰ ਹੀ ਦੇਣਗੇ ਅੰਦਰੋਂ। ਤੇ ਹਜ਼ੂਰ ਨੇ ਜ਼ਿਕਰ ਕੀਤਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਵਾਸ਼ਨਾ ਤੋਂ ਰਹਿਤ ਹੋ ਕੇ ਇਸ ਭਗਤੀ ਨੂੰ ਅਪਣਾਓ, ਕੀਰਤਨ ਨੂੰ ਅਪਣਾਓ। ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਦਾ ਨਿਮਕ ਸਿਮਰਤ ਜਿਤ ਛੂਟੈ, ਨਿਮਕ ਸਿਮਰਨ ਦੇ ਨਾਲ ਜਦੋਂ ਪਾਰ ਉਤਾਰਾ ਫਿਰ ਹੋ ਜਾਂਦਾ ਹੈ। ਕੋਟ ਤੀਰਥ ਮੱਜਨ ਇਸ਼ਨਾਨਾ, ਕਰੋੜਾਂ ਤੀਰਥਾਂ ਤੇ ਜਾ ਕੇ ਬੰਦਾ ਸਰੀਰ ਨੂੰ ਇਸ਼ਨਾਨ ਕਰਾ ਲੈ। ਇਸ ਕੱਲ ਮੈਂ ਮੈਲ ਭਰੀਜਾ। ਹਜ਼ੂਰ ਕਹਿੰਦੇ ਨੇ ਇਸ ਜਿਹੜੇ ਸਮੇਂ ਦੇ ਵਿੱਚ ਅਸੀਂ ਰਹਿ ਰਹੇ ਹਾਂ ਨਾ, ਜਿੱਥੇ ਸਾਨੂੰ ਬੜੇ ਪਖੰਡੀ ਕਿਸਮ ਦੇ ਅਗਿਆਨਤਾ ਦੇ ਥਾਟ ਲੋਕਾਂ ਵੱਲੋਂ ਵੀ ਮਿਲ ਰਹੇ ਨੇ, ਦੁਨੀਆ ਵੀ ਪਖੰਡ ਦੇ ਨਾਲ ਲਿਬਰੇਜ਼ ਹੈ। ਇਸ ਕਲਯੁੱਗ ਦੇ ਵਿੱਚ ਬੰਦੇ ਦੇ ਅੰਦਰ ਮੈਲ ਭਰ ਰਹੀ ਹੈ। ਬੰਦਾ ਤੀਰਥਾਂ ਤੇ ਜਾ ਰਿਹਾ, ਗੁਰਦੁਆਰਿਆਂ ਦੇ ਵਿੱਚ ਜਾ ਰਿਹਾ, ਮੰਦਿਰਾਂ ਦੇ ਵਿੱਚ ਜਾ ਰਿਹਾ, ਮਸਜਿਦਾਂ ਦੇ ਵਿੱਚ ਜਾ ਰਿਹਾ, ਚਰਚਾਂ ਦੇ ਵਿੱਚ ਬੰਦਾ ਰੱਬ ਦੀ ਭਗਤੀ ਦਾ ਪ੍ਰਟੈਂਡ ਕਰ ਰਿਹਾ ਹੈ, ਪਰ ਅਸਲ ਦੇ ਵਿੱਚ ਅੰਦਰੋਂ ਬੰਦਾ ਮੈਲਾ ਹੈ, ਅੰਦਰੋਂ ਬੰਦਾ ਬਦਲਣ ਦੇ ਲਈ ਤਿਆਰ ਨਹੀਂ ਹੈ। ਸਾਧ ਸੰਗ ਜੋ ਹਰ ਗੁਣ ਗਾਵੇ, ਜਦੋਂ ਤੱਕ ਰੱਬ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਬੰਦਿਆ ਤੂੰ ਮਿਊਜ਼ਿਕ ਨਹੀਂ ਬਣਾਉਂਦਾ, ਜਦੋਂ ਤੱਕ ਤੂੰ ਸੱਚ ਨੂੰ ਨਹੀਂ ਗਾ ਲੈਂਦਾ, ਜਦੋਂ ਤੱਕ ਸੰਤੋਖ ਦਇਆ ਧਰਮ ਪਰਉਪਕਾਰ ਨੇਕੀ ਤੂੰ ਸਾਰੀ ਹਿਊਮੈਨਿਟੀ ਨੂੰ ਲਵ ਕਰਨਾ ਨਹੀਂ, ਅੰਦਰੋਂ ਪਿਆਰ ਕਰਨਾ ਨਹੀਂ ਸਿੱਖਦਾ, ਉਦੋਂ ਤੱਕ ਹਜ਼ੂਰ ਕਹਿੰਦੇ ਨੇ ਤੂੰ ਅੰਦਰੋਂ ਨਿਰਮਲ ਨਹੀਂ ਹੋਣਾ। ਇਸ ਕਰਕੇ ਉਸ ਵਾਹਿਗੁਰੂ ਜੀ ਦੇ ਗੁਣ ਗਾ, ਗੁਣ ਗਾਣ ਦੇ ਨਾਲ ਸੋ ਨਿਰਮਲ ਕਰ ਲੀਜਾ, ਉਹ ਨਿਰਮਲ ਹੋ ਜਾਂਦਾ ਹੈ। ਵੇਦ ਕਤੇਬ ਸਿਮਰਤ ਸਭ ਸ਼ਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। ਕਿਉਂਕਿ ਇਹ ਜਿਹੜਾ ਹਿੰਦੁਸਤਾਨ ਦੇ ਵਿੱਚ ਧਾਰਮਿਕ ਗ੍ਰੰਥਾਂ ਨੂੰ ਅਪਣਾਇਆ ਜਾ ਚੁੱਕਾ ਸੀ, ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਹਨਾਂ ਨੂੰ ਪੜ੍ਹਨ ਨਾਲ ਮੁਕਤੀ ਨਹੀਂ ਹੋਣੀ। ਕਿਉਂ ਨਹੀਂ ਹੋਣੀ? ਕਿਉਂਕਿ ਵੇਦਾਂ ਦੀ ਫਿਲਾਸਫੀ, ਸਿਮਰਤੀਆਂ, ਸ਼ਾਸਤਰਾਂ ਦੀ ਫਿਲਾਸਫੀ ਜਿਹੜੀ ਸੀ,
ਉਹਦਾ ਪਹਿਲੇ ਹੀ ਅਸੂਲ ਸੀ ਵੀ ਸਾਰੇ ਬੰਦੇ ਇਕੁਅਲ ਨਹੀਂ ਹੁੰਦੇ। ਕੁਝ ਲੋਕ ਬ੍ਰਾਹਮਣ ਸੁਪੀਰੀਅਰ ਹੁੰਦੇ ਨੇ ਤੇ ਜਿਹੜੇ ਦੂਸਰੇ ਨੇ ਇਨਫੀਰੀਅਰ ਹੁੰਦੇ ਨੇ। ਤੇ ਇਹ ਧਾਰਮਿਕ ਕਿਤਾਬਾਂ ਪੜ੍ਹ ਕੇ ਹੀ ਲੋਕਾਂ ਨੇ, ਗ੍ਰੰਥਾਂ ਨੂੰ ਪੜ੍ਹ ਕੇ ਜਦੋਂ ਇੰਪਲੀਮੈਂਟ ਕੀਤਾ, ਆਪਣੇ ਲੋਕਾਂ ਨੂੰ ਹੀ ਨੀਵਾਂ ਸਮਝ ਕੇ ਉਹਨਾਂ ਨੂੰ ਦੁਤਕਾਰਨਾ ਸ਼ੁਰੂ ਕਰ ਦਿੱਤਾ। ਮੁਗਲ ਹਕੂਮਤ ਵਾਲੇ, ਮੁਗਲੀਆ ਲੋਕ ਜਿਹੜੇ ਨੇ ਬਾਹਰੋਂ ਹੁੰਦੇ ਸਨ ਤੇ ਇਨਵੇਡ ਕਰਦੇ ਸਨ, ਤਬਾਹ ਕਰਦੇ ਸਨ। ਹਿੰਦੁਸਤਾਨ ਦੇ ਲੋਕ ਬਾਹਰ ਨਹੀਂ ਗਏ। ਲੈਂਡ ਵੀ ਫਰਟਾਈਲ ਹੋਣ ਕਰਕੇ, ਸਾਰੇ ਸਾਧਨ ਹੋਣ ਕਰਕੇ ਉਹਨਾਂ ਨੇ ਆਪਣੇ ਲੋਕਾਂ ਕੋਲੋਂ ਹੀ ਸਾਧਨ, ਖਾਣ ਪੀਣ, ਪਹਿਨਣ, ਐਜੂਕੇਸ਼ਨ ਦੇ ਖੋਹ ਕੇ ਉਹਨਾਂ ਨੂੰ ਗਰੀਬ ਤੇ ਉਹਨਾਂ ਦੀ ਲਾਈਫ ਨੂੰ ਵੱਧ ਤੋਂ ਬਦਤਰ ਬਣਾਇਆ, ਹੋਰ ਜ਼ਿਆਦਾ ਜਿਹੜਾ ਬਣਾਇਆ। ਉਹ ਕਿੱਥੋਂ ਫਿਲਾਸਫੀ ਆਈ ਸੀ? ਮਨੂ ਸਿਮਰਤੀਆਂ ਵੱਲੋਂ ਜਿਹੜੀ ਆਈ ਸੀ। ਤੇ ਹਜ਼ੂਰ ਕਹਿੰਦੇ ਨੇ ਇਹਨੂੰ ਪੜ੍ਹ ਕੇ ਮੁਕਤ ਨਹੀਂ ਹੋਇਆ ਬੰਦਾ, ਹੋਰ ਗੁਲਾਮ ਹੋ ਗਿਆ ਵਿਕਾਰਾਂ ਦਾ। ਏਕ ਅੱਖਰ ਜੋ ਗੁਰਮੁਖ ਜਪ ਹੈ। ਇੱਥੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਗੁਰੂ ਕੋਲੋਂ ਲੈ ਕੇ ਗੁਰੂ ਨਾਨਕ ਸਾਹਿਬ ਗੁਰੂ ਨੇ ਜਿਨ੍ਹਾਂ ਕੋਲੋਂ ਐਜੂਕੇਸ਼ਨ ਲਈ, ਤੇ ਤੁਸੀਂ ਇੱਕ ਅੱਖਰ ਵੀ ਜਪ ਲਓ ਅਸਲ ਦੇ ਵਿੱਚ, ਤੇ ਹਜ਼ੂਰ ਕਹਿੰਦੇ ਨੇ ਤਿਸ ਕੀ ਨਿਰਮਲ ਸੋਈ, ਉਹਦੀ ਸ਼ੋਭਾ ਨਿਰਮਲ। ਇੱਕ ਸਿਧਾਂਤ ਤੇ ਤੁਸੀਂ ਪਹਿਰਾ ਦੇ ਦਿਓ, ਏਕ ਪਿਤਾ ਏਕ ਸਕੇ ਹਮ ਬਾਰਕ, ਵੀ ਅੱਜ ਤੋਂ ਬਾਅਦ ਕਿਸੇ ਨਾਲ ਵਿਤਕਰਾ ਨਹੀਂ ਕਰਨਾ। ਇਹ ਇੱਕ ਸਿਧਾਂਤ ਵੀ ਜਿਹੜਾ ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਗੁਰ ਕੀ ਇੱਕ ਸਿੱਖ ਸੁਣੀ, ਜਦੋਂ ਇੱਕ ਸਿੱਖਿਆ ਵੀ ਬੰਦਾ ਸੁਣ ਲਏ ਤੇ ਜੀਵਨ ਦੇ ਵਿੱਚ ਕ੍ਰਾਂਤੀ ਆ ਜਾਏਗੀ। ਹਜ਼ੂਰ ਕਹਿੰਦੇ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਤੇ ਹਿੰਦੁਸਤਾਨ ਦੇ ਵਿੱਚ ਸਾਰਿਆਂ ਨੂੰ ਸਾਂਝਾ ਉਪਦੇਸ਼ ਨਹੀਂ ਸੀ, ਤੇ ਆਮ ਕਰਕੇ ਗਰੀਬ ਲੋਕਾਂ ਨੂੰ ਤੇ ਪੜ੍ਹਨ ਦਾ ਅਧਿਕਾਰ ਹੀ ਨਹੀਂ ਸੀ। ਤੇ ਹਜ਼ੂਰ ਨੇ ਸਾਰਿਆਂ ਲਈ ਅਵੇਲੇਬਿਲਿਟੀ ਉਪਦੇਸ਼ ਦੀ ਕਰਾਈ। ਗੁਰਮੁਖ ਨਾਮ ਜਪੈ ਸੋ ਉਧਰੈ ਕਲਮੈ, ਘਟ ਘਟ ਨਾਨਕ ਮਾਝਾ। ਹਜ਼ੂਰ ਕਹਿੰਦੇ ਨੇ ਗੁਰੂ ਦੇ ਰਾਹੀਂ ਜਿਹੜਾ ਬੰਦਾ ਨਾਮ ਜਪ ਲਏ ਨਾ, ਉਹ ਫਿਰ ਇਸ ਜ਼ਿੰਦਗੀ ਦੇ ਵਿੱਚ, ਇਸ ਸਮੇਂ ਦੇ ਵਿੱਚ ਉਹਦਾ ਉਧਾਰ ਹੁੰਦਾ ਹੈ। ਤੇ ਉਸ ਅਕਾਲ ਪੁਰਖ ਨੂੰ ਘਟ ਘਟ ਦੇ ਵਿੱਚੋਂ ਵੇਖ ਲੈਂਦਾ। ਉਹਨੂੰ ਪਤਾ ਲੱਗ ਜਾਂਦਾ ਵੀ ਹਰ ਸਰੀਰ 'ਚ ਰੱਬ ਵਸਦਾ। ਜਿੱਦਣ ਇਹ ਪਤਾ ਲੱਗ ਗਿਆ, ਉਦੋਂ ਹੀ ਵਿਕਾਰਾਂ ਦੇ ਸਾਗਰ ਤੋਂ ਅਸੀਂ ਜਿਹੜੇ ਆਜ਼ਾਦ ਹੋ ਜਾਾਂਗੇ, ਤਰ ਜਾਾਂਗੇ। ਅਸੀਂ ਕਾਮਵਸ ਹੋ ਕੇ ਨਹੀਂ ਵੇਖਾਂਗੇ, ਕਿਉਂਕਿ ਦੂਜੇ 'ਚ ਰੱਬ ਵਸਦਾ ਪਿਆ ਹੈ। ਅਸੀਂ ਦੂਜੇ ਨੂੰ ਤਬਾਹ ਕਰਨ ਦੇ ਬਾਰੇ ਨਹੀਂ ਸੋਚਾਂਗੇ, ਕਿਉਂਕਿ ਦੂਜੇ 'ਚ ਰੱਬ ਵਸਦਾ ਹੈ। ਦੂਜੇ ਨੂੰ ਜੇ ਰੱਬ ਵਸਦਾ ਵੇਖ ਲਿਆ, ਬੰਦਾ ਲੁੱਟ ਨਹੀਂ ਸਕਦਾ, ਫਿਰ ਕਿਸੇ ਨਾਲ ਵਿਤਕਰਾ ਵੀ ਨਹੀਂ ਹੋ ਸਕਦਾ। ਇਸ ਕਰਕੇ ਸਾਰੇ ਸਾਗਰ ਤੋਂ ਜਿਹੜਾ ਅੰਦਰ ਹੀ ਹੈ ਸਾਡੇ, ਬੁਰਾਈਆਂ ਦੇ ਰੂਪ ਦੇ ਵਿੱਚ, ਉਹਦੇ ਫਿਰ ਕਾਨਸੀਕੁਐਂਸਿਸ ਨੇ ਦੁੱਖਾਂ ਦੇ ਰੂਪ ਦੇ ਵਿੱਚ। ਇਹ ਸਾਗਰ ਤੋਂ ਗੁਰੂ ਸਾਹਿਬ ਜੀ ਕਹਿੰਦੇ ਨੇ ਪਾਰ ਤਾਂ ਉਤਰਿਆ ਜਾ ਸਕਦਾ ਹੈ। ਇਹ ਜਿਹੜਾ 3 ਏਰੀਏ ਤੇ ਸਾਨੂੰ ਲਾਈਫ ਦੇ ਵਿੱਚ ਅੱਜ ਕੰਮ ਕਰਨਾ ਚਾਹੀਦਾ। ਇੱਕ ਅਗਿਆਨਤਾ ਨੂੰ ਖਤਮ ਕਰਨ ਦੇ ਲਈ ਬਾਣੀ ਨੂੰ ਪੜ੍ਹਨਾ ਚਾਹੀਦਾ। ਫਿਰ ਆਪਣੇ ਮਨ ਨੂੰ ਕੰਟਰੋਲ ਕਰਨ ਦੇ ਲਈ, ਪਰਸਨੈਲਿਟੀ ਡਿਵੈਲਪ ਕਰਨ ਦੇ ਲਈ ਸਾਨੂੰ ਹੋਰ ਅਭਿਆਸ ਕਰਨ ਦੀ ਲੋੜ ਹੈ। ਤੇ ਤੀਸਰਾ, ਅਸਲ ਦੇ ਵਿੱਚ ਲਗਾਤਾਰ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਉਹਦੇ ਮੁਤਾਬਕ ਜੀਣ ਦੀ ਸਾਨੂੰ ਲੋੜ ਹੈ। ਤੇ ਸੁਸਾਇਟੀ ਦੇ ਵਿੱਚ ਜਿਹੜੀਆਂ ਇਹ ਪ੍ਰੋਬਲਮਸ ਜਿਹੜੀਆਂ ਹਿਊਮੈਨਿਟੀ ਦੇ ਸਾਹਮਣੇ ਦਰਪੇਸ਼ ਜਿਹੜੀਆਂ ਆ ਰਹੀਆਂ ਨੇ, ਉਹਨੂੰ ਵੀ ਅਸੀਂ ਸੋਲਵ ਕਰ ਸਕਦੇ ਹਾਂ। ਜਿੱਥੇ ਸਾਡਾ ਪੂਰਾ ਮਕਸਦ ਹੁੰਦਾ, ਜਦੋਂ ਰੋਜ਼ ਅਰਦਾਸ ਕਰਨੇ ਆ ਤੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਸਾਗਰ ਤੋਂ ਗੁਰੂ ਸਾਹਿਬ ਜੀ ਕਿਰਪਾ ਕਰਨ, ਅਸੀਂ ਵੀ ਜ਼ਿੰਦਗੀ ਦੇ ਵਿੱਚ ਤਰ ਸਕੀਏ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰੋ ਜੀਓ। ਵਾਹਿਗੁਰੂ ਜੀ।